ਤੇ ਚੱਲਦੇ ਹੁਣ ਜ਼ਫਰ ਗੋਂਦਲ ਸਾਹਿਬ ਦੀ ਤਰਫ। ਜ਼ਫਰ ਗੋਂਦਲ ਸਾਹਿਬ, ਮੈਨੂੰ ਇਹ ਗੱਲ ਦੱਸੋ ਕਿ ਸਰਗੋਧਾ ਦੇ ਵਿੱਚ ਤੁਸੀਂ ਕਾਫੀ ਅਰਸੇ ਤੋਂ ਕੰਮ ਕਰ ਰਹੇ ਹੋ, ਤੇ ਮੈਨੂੰ ਸਿਰਫ ਇਹ ਦੱਸੋ ਕਿ ਸਰਗੋਧਾ ਦੇ ਵਿੱਚ ਕਿਹੜੇ ਕਿਹੜੇ ਥੀਏਟਰ 'ਚ ਤੁਸੀਂ ਕੰਮ ਕੀਤਾ, ਔਰ ਜਿਹੜੇ ਜਿਹੜੇ ਤੁਸੀਂ ਰੋਲ ਕੀਤੇ, ਕਿਆ ਤੁਸੀਂ ਉਹਨਾਂ ਰੋਲਾਂ ਤੋਂ ਮੁਤਮਿਨ ਹੋ? ਫਿਰ ਇੱਕ ਬੜਾ ਚੁੱਪਤਾ ਹੋਇਆ ਸਵਾਲ ਮੈਂ ਤੁਹਾਡੇ ਨਾਲ ਕਰਨਾ, ਤੇ ਉਹਦਾ ਜਵਾਬ ਮੈਨੂੰ ਤੁਹਾਡੇ ਕੋਲ ਬਿਲਕੁਲ ਹਰਫ ਬਰਫ ਸੱਚ ਚਾਹੀਦਾ। ਜੀ ਜ਼ਫਰ ਗੋਂਦਲ ਸਾਹਿਬ। ਅਲਹਮਦੁਲਿਲਾ, ਸਰਗੋਧੇ ਦੇ ਗਿਣਤੀ ਦੇ 3 ਥੀਏਟਰ ਸਨ। ਇੱਕ ਮਲਕ ਸਾਹਿਬ ਨਸਰ ਸਾਹਿਬ ਨੇ ਢਾਹ ਦਿੱਤਾ, ਮਗਰ ਰਹਿ ਗਏ 2। ਉਹਦੇ ਚੋਂ ਫਿਰ ਇੱਕ ਰਾਣਾ ਸਾਹਿਬ ਨੇ ਢਾਹ ਦਿੱਤਾ, ਮਗਰ ਰਹਿ ਗਿਆ 1। ਔਰ ਉੱਥੇ ਹੀ ਕਾਫੀ ਦੇਰ ਕੰਮ ਕਰਦੇ ਰਹੇ ਹਾਂ। ਨਗਮਾ ਥੀਏਟਰ ਸੀ, ਉਹ ਵੀ ਅੱਲਾ ਨੂੰ ਪਿਆਰਾ ਹੋ ਗਿਆ। ਮਦਰਸੇ ਵਾਲਿਆਂ ਨੇ ਅੱਲਾ ਪਾਕ ਇਹਨਾਂ ਨੂੰ ਪਤਾ ਨਹੀਂ, ਮਲਕ ਸਾਹਿਬ ਜੀ ਕੋਈ ਨੇਕੀਆਂ ਕੰਮ ਆ ਗਈਆਂ, ਜਿਹੜਾ ਕਿ ਉੱਥੇ ਮਦਰਸਾ ਬਣ ਗਿਆ। ਤੇ ਹੁਣ ਤੱਕ ਕਰਦੇ ਹੀ ਆ ਰਹੇ ਹਾਂ। ਸਮਝ ਲਓ ਕਿ ਜਿੰਨੀਆਂ ਵੀ ਸੁਸਾਇਟੀਆਂ ਨੇ ਸਾਡੀਆਂ, ਦਨਕ ਆਰਟ ਸੁਸਾਇਟੀ ਹੈ, ਅਕਰਮ ਅੰਜਮ ਆਰਟ ਸੁਸਾਇਟੀ ਹੈ, ਦੀਵਾ ਫਾਊਂਡੇਸ਼ਨ ਹੈ, ਜੱਜ ਫਾਰਮ ਹੈ, ਔਰ ਪਤਾ ਨਹੀਂ ਅੱਗੇ ਕਿੰਨੀਆਂ ਕੁ ਬਣਨੀਆਂ ਨੇ। ਅੱਛਾ ਜ਼ਫਰ ਗੋਂਦਲ ਸਾਹਿਬ, ਮੈਨੂੰ ਇੱਕ ਗੱਲ ਦੱਸੋ, ਸਰਗੋਧਾ ਦੇ ਕਾਫੀ ਸਾਰੇ ਐਸੇ ਫਨਕਾਰ ਨੇ, ਤਕਰੀਬਨ ਸਾਰੇ ਫਨਕਾਰਾਂ ਨਾਲ ਤੁਸੀਂ ਕੰਮ ਕੀਤਾ, ਸਾਰਿਆਂ ਨੂੰ ਤੁਸੀਂ ਜਾਣਦੇ ਹੋ, ਤੁਹਾਨੂੰ ਜਾਣਦੇ ਨੇ ਜੀ। ਇੱਕ ਪਰਸਨਲ ਜੀ ਗੱਲ ਹੈ ਕਿ ਸਾਡੇ ਸਰਗੋਧਾ ਦੇ ਫਨਕਾਰਾਂ ਦੇ ਬਾਰੇ 'ਚ ਤੁਸੀਂ ਕੀ ਕਹਿੰਦੇ ਹੋ ਤੇ ਆਪਣੀ ਕੀ ਰਾਏ ਰੱਖਦੇ? ਮਾਸ਼ਾਅੱਲਾ, ਸਾਡੇ ਸਰਗੋਧੇ ਦੇ ਫਨਕਾਰ ਵੀ ਤੇ ਇੰਨੇ ਸਾਰੇ ਨੇ, ਇੱਕ ਮੁੱਠ ਬਕਾਇਆ ਸਾਰੇ ਡਾਇਰੈਕਟਰ ਨੇ। ਅੱਛਾ ਜੀ, ਮੈਨੂੰ ਤੁਹਾਡੀ ਇਸ ਗੱਲ ਦੀ ਸਮਝ ਨਹੀਂ ਆਈ। ਜ਼ਰਾ ਮੈਨੂੰ, ਜਿਨ੍ਹਾਂ ਨੂੰ ਸਮਝ ਆਈ ਹੈ ਮੇਰੇ ਖਿਆਲ ਉਹਨਾਂ ਨੇ ਕਲੈਪ ਕਰ ਦਿੱਤੀ ਹੈ, ਮੈਨੂੰ ਸਮਝ ਨਹੀਂ ਆਈ। ਜ਼ਰਾ ਦੇਖੋ ਜੀ, ਅਕਲਮੰਦ ਜਿਹੜਾ ਬੰਦਾ ਹੁੰਦਾ ਨਾ, ਉਹਨੂੰ ਸਮਝ ਆ ਜਾਂਦੀ। ਨਹੀਂ ਗੋਂਦਲ ਸਾਹਿਬ, ਤੁਸੀਂ ਖੁੱਲ ਕੇ ਗੱਲ ਕਰੋ ਕਿ ਕੀ ਕਹਿਣਾ। ਮਾਸ਼ਾਅੱਲਾ, ਪਤਾ ਨਹੀਂ ਕੁਦਰਤੀ ਅਮਲ ਹੈ ਕਿ ਸਾਡਾ ਇੱਥੇ ਦਾ ਪਾਣੀ ਜਿਹੜਾ ਹੈ ਨਾ ਐਸਾ ਹੈ ਕਿ ਆਉਂਦਾ ਘਰੋਂ ਐਕਟਿੰਗ ਦੇ ਚੱਕਰ 'ਚ ਹੀ ਅੱਗੇ ਡਾਇਰੈਕਸ਼ਨ ਕਰਨ ਲੱਗ ਪੈਂਦਾ, ਕਹਿੰਦਾ ਮੈਂ ਹੀ ਡਾਇਰੈਕਟਰ ਹਾਂ, ਮੈਂ ਹੀ ਐਕਟਰ ਹਾਂ। ਅੱਛਾ, ਇੱਥੇ ਵਾਕਈ ਸੁਣਨ 'ਚ ਇਹੀ ਆਇਆ ਕਿ ਕੁਝ ਲੋਕ ਤੇ ਇਸ ਤਰ੍ਹਾਂ ਕਹਿੰਦੇ ਨੇ ਕਿ ਜਿਹੜੇ ਕੋਈ 4 ਡਰਾਮੇ ਦੇਖ ਲੈਂਦੇ ਨੇ ਤਾਂ ਕਹਿੰਦੇ ਨੇ ਕਿ ਜਨਾਬ ਅਸੀਂ ਐਕਟਰ ਵੀ, ਅਸੀਂ ਡਾਇਰੈਕਟਰ। 4 ਤੇ ਬਹੁਤ ਦੂਰ ਦੀ ਗੱਲ ਹੈ, ਉਹ ਇੱਕ ਡਰਾਮੇ ਤੋਂ ਬਾਅਦ ਅਗਲਾ ਆਪ ਡਾਇਰੈਕਟਰ ਬਣਿਆ ਹੁੰਦਾ। ਅੱਛਾ, ਹਾਂਜੀ। ਤੇ ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦਿਓਗੇ? ਲੇਕਿਨ ਮੇਰਾ ਤਾਂ ਮਸ਼ਵਰਾ ਇਹ ਹੈ ਕਿ ਜੇ ਅਗਰ ਡਾਇਰੈਕਟਰ ਵੀ ਬਣ ਰਹੇ ਨੇ ਨਾ, ਉਹਨਾਂ ਨੂੰ ਸਭ ਤੋਂ ਪਹਿਲੇ ਇਹ ਨਹੀਂ ਹੈਗਾ ਕਿ ਤੁਸੀਂ ਕੰਮ ਇੱਕ ਰੇੜ ਕੇ ਤੇ ਵਿੱਚੋਂ ਫਰਕ ਕਰਕੇ ਬਹਿ ਗਏ। ਕੋਸ਼ਿਸ਼ ਕਰੋ ਕਿ ਉਹਨੂੰ ਕੰਪਲੀਟ ਕਰੋ। ਸਹੀ, ਕਿ ਆਵਾਮ ਵੇਖੇ ਕਿ ਫਨ ਕੈਸਾ ਹੋਇਆ, ਔਰ ਪਿੱਛੇ ਜਿਹੜਾ ਕੰਮ ਕਰਾਉਣ ਵਾਲਾ ਉਹਨੇ ਕੰਮ ਕੈਸਾ ਕੀਤਾ। ਅੱਛਾ ਜ਼ਫਰ ਗੋਂਦਲ ਸਾਹਿਬ, ਇਹ ਤੇ ਇੱਕ ਬਹੁਤ ਵੱਡਾ ਆਲਮੀ ਹੈ ਸਾਡੇ ਫਨਕਾਰ ਬਰਾਦਰੀ ਦਾ। ਕੋਸ਼ਿਸ਼ ਤੇ ਅਸੀਂ ਬੜੀ ਕੀਤੀ ਹੈ ਕਿ ਤਮਾਮ ਫਨਕਾਰ ਜਿਤਨੇ ਵੀ ਹੈ ਨੇ, ਸੀਨੀਅਰ ਔਰ ਜੂਨੀਅਰ, ਤਮਾਮ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਣ। ਉਹਦਾ ਸਬੂਤ ਹੈਗਾ ਕਿ ਅਸੀਂ ਗੱਪਸ਼ਪ ਕਰਨ ਅਸੀਂ ਤੋਂ ਅਸੀਂ ਸ਼ੁਰੂ ਕੀਤਾ ਸੀ। ਬਿਲਕੁਲ, ਅਸੀਂ ਕੋਸ਼ਿਸ਼ ਕੀਤੀ। ਇਹੋ ਹੀ ਪ੍ਰੋਗਰਾਮ ਬਣਾਇਆ ਸੀ ਕਿ ਜਿੰਨੇ ਵੀ ਫਨਕਾਰ ਨੇ ਨਾ ਸਾਡੇ, ਉਹ ਰਾਤ ਨੂੰ ਆ ਕੇ ਅਸੀਂ ਇਕੱਠੇ ਬਵਾਂ ਕਰਾਂਗੇ, ਗੱਪਸ਼ਪ ਲਾਵਾਂਗੇ। ਗੱਪਸ਼ਪ ਹੀ ਇਹ ਸਾਰਿਆਂ ਦੇ ਇੱਕ ਦੂਜੇ ਦੇ ਚਿਹਰੇ ਵੇਖੀ ਦੇ ਨੇ, ਰੌਣਕਾਂ ਜਿੰਦੀ ਚਿਹਰਿਆਂ ਤੇ। ਨਹੀਂ ਤੇ ਮਾਸ਼ਾਅੱਲਾ ਜਿੰਨੇ ਵੀ ਪ੍ਰੋਗਰਾਮ ਹੈ, ਤੁਹਾਡਾ ਵੀਰ ਅੱਜ ਚਾਹ ਨਹੀਂ ਢੋ ਰਿਹਾ, ਅੱਜ ਮੇਰਾ ਬੋਸ ਲੱਗਾ ਹੈ, ਨਹੀਂ ਤੇ ਮੈਂ ਆਪ ਤੁਹਾਨੂੰ ਚਾਹ ਪਿਆ ਰਿਹਾ ਹਾਂ। ਜੈਸਾ ਕਿ ਸਾਡੇ तमाम ਫਨਕਾਰ ਸਾਥੀਆਂ ਨੂੰ ਇਹ ਪਤਾ ਹੈ ਕਿ ਅਸੀਂ ਇਹ ਸੋਚਿਆ ਸੀ ਕਿ ਚਲੋ तमाम ਫਨਕਾਰ ਲੋਕ ਇਕੱਠੇ ਹੋਇਆ ਕਰਨਗੇ, ਲੇਕਿਨ ਕੁਝ ਸ਼ੈਤਾਨ ਸਿਫਤ ਲੋਕ ਐਸੇ ਵੀ ਸਨ ਜਿਹੜੇ ਮਾਸ਼ਾਅੱਲਾ ਬੜੇ ਇਕੱਠੇ ਹੋਏ ਨੇ, ਬੜੇ ਇਕੱਠੇ ਹੋਏ ਨੇ। ਅੱਲਾਹ ਤਾਲਾ ਉਹਨਾਂ ਨੂੰ ਆਪਣੇ ਹਿਫਜ਼ੋ ਅਮਾਨ 'ਚ ਰੱਖੇ ਤੇ ਉਹਨਾਂ ਦੀ ਲੰਬੀ ਹਯਾਤੀ ਹੋਵੇ, ਤਾਂ ਕਿ ਉਹ ਇਕੱਲੇ ਹੀ ਇਸ ਦੁਨੀਆ ਤੇ ਫਿਰਦੇ ਰਹਿਣ। ਤੇ ਇਹ ਵੀ ਬੜੀ ਵੱਡੀ ਸਜ਼ਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਫਿਰ ਵੀ ਕੋਸ਼ਿਸ਼ ਕਰਦੇ ਰਹਾਂਗੇ। ਫਕੀਰ ਦਾ ਕੀ ਕੰਮ ਹੈ, ਉਹਨੇ ਸਦਾ ਲਾਉਂਦੇ ਰਹਿਣਾ। ਅਸੀਂ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਇਸ ਚੀਜ਼ ਦਾ ਸਬੂਤ ਹੈ
ਕਿ ਧਨਕ ਆਰਟ ਸੁਸਾਇਟੀ ਸ਼ਾਕਰ ਅਲੀ ਭਾਈ ਤੇ ਕਦੀ ਕਦੀ ਪ੍ਰੋਗਰਾਮ ਜਾਂਦੇ ਨੇ, ਲੇਕਿਨ ਸ਼ਹਜ਼ਾਦ ਵਾਸਫ ਬਾਕਾਇਦਗੀ ਦੇ ਨਾਲ ਪ੍ਰੋਗਰਾਮ ਕੰਪੇਅਰ ਕਰ ਰਿਹਾ ਹੈ, ਪ੍ਰੋਗਰਾਮ ਆਰਗੇਨਾਈਜ਼ ਕਰਾ ਰਿਹਾ ਹੈ। ਠੀਕ ਹੈ ਜੀ। ਹਾਂਜੀ, ਮੁਨੀਰ ਖਾਨ ਸਾਹਿਬ ਨੇ, ਉਸ ਤੋਂ ਬਾਅਦ ਆਪਣਾ ਜੀ MB ਸਾਈਮ ਸਾਹਿਬ ਆਉਂਦੇ ਨੇ ਜੀ ਧਨਕ ਆਰਟ ਸੁਸਾਇਟੀ ਵੱਲੋਂ, ਉਹ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ। ਤੇ ਅੱਛਾ, ਰਾਣਾ ਸਾਹਿਬ ਇਮਰਾਨ ਸਾਹਿਬ ਵੀ ਹੈ ਨੇ। ਮਾਸ਼ਾਅੱਲਾ, ਤੁਸੀਂ ਸਾਰੇ ਸਵਾਲ ਕਰਤੇ ਨੇ। ਹਾਂਜੀ ਮੇਰਾ ਵੀ ਇੱਕ ਸਵਾਲ। ਹਾਂਜੀ ਹਾਂਜੀ, ਸਵਾਲ ਕਰੋ ਤੁਸੀਂ। ਹਾਂ ਸਵਾਲ ਕਰੋ, ਵੇਖੋ ਕੁਛ ਹੈ ਕਿਹਾ ਨਾ। ਸੀ ਨਾ ਪਿੱਛੇ ਹੀ, ਉੱਥੇ ਹੀ ਸਮਝਾਇਆ ਸੀ ਕਿ ਵਿੱਚ ਮੰਗਣਾ ਨਹੀਂ। ਮੌਲਾ ਗੁਜਰ ਕੇ ਭਾਈ ਬਹੁਤ ਫਿਟਕ ਨਕਦੀਨ ਭਾਈ। ਅੱਛਾ ਗੋਂਦਲ ਸਾਹਿਬ, ਤੁਸੀਂ ਇਸ ਤੋਂ ਪਹਿਲੇ ਕੋਈ ਸਵਾਲ ਕਰੋ, ਮੈਂ ਤੁਹਾਡੇ ਕੋਲ ਪੁੱਛਣਾ ਚਾਹ ਰਿਹਾ ਕਿ ਕਿਹੜੀ ਐਸੀ ਖਾਹਿਸ਼ ਹੈ, ਕਿ ਖਾਹਿਸ਼ ਮਤਲਬ ਕਿ ਕਿਹੜਾ ਤੁਸੀਂ ਐਸਾ ਕਰੈਕਟਰ ਕਰਨਾ ਚਾਹ ਰਹੇ ਹੋ, ਜਾਂ ਕੀਤਾ ਹੈ ਤੇ ਦੁਬਾਰਾ ਤੁਹਾਡੇ ਦਿਲ ਕਰ ਰਿਹਾ ਕਿ ਮੈਂ ਉਹ ਕਰੈਕਟਰ ਕਰਾਂ। ਉਹ ਕੋਈ ਆਪਣਾ ਕੋਈ ਐਸਾ ਕਰੈਕਟਰ, ਯਾਦਗਾਰ ਕਰੈਕਟਰ ਤੁਸੀਂ ਦੱਸੋ ਕਿ ਮੈਂ ਦੁਬਾਰਾ ਕਰਨਾ ਚਾਹ ਰਿਹਾ। ਬੇਸ਼ੁਮਾਰ ਕਰੈਕਟਰ ਕੀਤੇ ਨੇ ਅਲਹਮਦੁਲਿਲਾ, ओल्ड भी कीते ने, जेंट्स भी कीते ने, हीरो भी कीते ने। हालांकि मेरा मुंह नहीं हीरो वर्गा, क्यों शेख साहब? किड्डा तिलकना मुंह है तुहाडा, मुतब्बर जा मुंह नहीं हुंदा। अच्छा, मेरा सवाल उस जगह ते कि केड़ा ऐसा करैक्टर है कि जेड़ा तुसी दोबारा करना चाहोगे? राणा साहब एक ड्रामा लौ दी लकीर, हाँ जी कीता सी। हाँ जी बिल्कुल, तुहाडा ही ड्रामा सी। जी मैं ਉਹਦੇ ਚ ਮੈਂ ਕਰੈਕਟਰ ਕੀਤਾ ਸੀ ਪਾਗਲ ਦਾ। ਪਾਗਲ ਦਾ ਉਹ ਅਸਲ ਚ ਪਾਗਲ ਨਹੀਂ, ਉਹ ਅਸਲ ਚ ਪੜ੍ਹਿਆ ਲਿਖਿਆ ਇਨਸਾਨ ਹੈ ਜਿਹੜਾ ਲੋਕਾਂ ਨੂੰ ਸਮਝਾਉਣਾ ਚਾਹੁੰਦਾ ਹੈ, ਲੇਕਿਨ ਉਹਨੂੰ ਕੋਈ ਨਹੀਂ ਸਮਝ ਰਿਹਾ, ਨਾ ਉਹਦੇ ਵੱਲ ਤਵੱਜੋ ਦੇ ਰਿਹਾ। ਉਹਨੂੰ ਲੋਕ ਸਿਰਫ ਪਾਗਲ ਹੀ ਕਹਿ ਰਹੇ ਨੇ, ਲੇਕਿਨ ਪਾਗਲ ਦਾ ਮਤਲਬ ਕੀ ਹੈ ਕਿ ਕਿਸੇ ਬਾਤ ਕੋ ਪਾ ਜਾਣਾ। ਪਾਗਲ ਗੱਲ ਨੂੰ ਪਾਣਾ, ਠੀਕ ਹੈ ਜੀ। ਉਹਦੇ ਚ ਇੱਕ ਬਹੁਤ ਵੱਡਾ ਮੈਟਰ ਹੈ, ਉਹਦੇ ਚ ਇੱਕ ਸਲਾਹ ਹੈ। ਸਹੀ, ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਫੇਰ ਇੱਕ ਵਾਰੀ ਦੁਬਾਰਾ ਕਰਾਂ। ਕਾਸਿਮ ਅਲੀ ਭਾਈ, ਆਉਣ ਵਾਲਾ ਇੱਕ ਡਰਾਮਾ ਸਾਡਾ ਜੱਜ ਫੋਰਮ ਉੱਚਾ ਥੀਏਟਰ ਡਰਾਮਾ ਪਰਫਾਰਮ ਕਰੀ, ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਉਹ ਕਰੈਕਟਰ, ਅਜ਼ਰ ਮਲਕ ਸਾਹਿਬ ਉਹਦੇ ਰਾਈਟਰ ਨੇ, ਤੇ ਅਜ਼ਰ ਸਾਹਿਬ ਕੋਲੋਂ ਕਰੈਕਟਰ ਲਿਖਵਾ ਕੇ ਤੇ ਉਸ ਡਰਾਮੇ ਦੇ ਵਿੱਚ ਐਡਜਸਟ ਕੀਤਾ ਜਾਏ। क्या कासिम भाई वो मुमकिन है? जी इंशाल्लाह, कासिम भाई ने कहता है इंशाल्लाह जफर गुंदल भाई ਤੁਹਾਡੀ ਦਿਲੀ ਖਾਹਿਸ਼, ਆਖਰੀ ਖਾਹਿਸ਼ ਜ਼ਰੂਰ ਪੂਰੀ ਕਰਾਂਗੇ। ਨਹੀਂ ਆਖਰੀ ਨਹੀਂ, ਅਜੇ ਖਾਹਿਸ਼ਾਂ ਤੇ ਇਨਸਾਨ ਦੀ ਖਤਮ ਹੀ ਨਹੀਂ ਹੁੰਦੀਆਂ। ਅੱਛਾ, ਤੇਰੇ ਨਾਲ ਹੋਰ 6 ਮਹੀਨੇ ਫਿਰਿਆ ਪਾਗਲ। ਅੱਛਾ ਜ਼ਫਰ ਗੁੰਦਲ ਸਾਹਿਬ, ਤੁਹਾਡੇ ਦੋਸਤ ਹੈ ਬਾਪ, ਤੁਹਾਡੇ ਹਲਕਾ ਬਾਪ, ਜਿਨ੍ਹਾਂ ਨੂੰ ਤੁਸੀਂ ਮੈਂ ਤੇ ਸਮਝ ਲਓ ਕਿ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਅਮਾਨ ਨਾਲ ਤੁਸੀਂ ਲੋਕਾਂ ਨੇ ਮੈਨੂੰ ਖਰੀਦ ਲਿਆ, ਭਾਵੇਂ ਥੋੜੇ ਥੋੜੇ ਦੇ ਦੇਣਾ, ਲੇਕਿਨ ਖਰੀਦ ਲਿਆ। ਅੱਛਾ देखो जी मलक साहब बड़े बारीक आदमी ने। नहीं मैं बरीक की, मैं उंज भी बहुत बरीक माशाल्लाह जी। जफर गोंदल साहब साडे नाल धनक आर्ट सोसाइटी ਦੇ ਚੇਅਰਮੈਨ ਸ਼ਾਕਰ ਅਲੀ ਚਿਸ਼ਤੀ ਸਾਹਿਬ ਬੈਠੇ ਨੇ, ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਉਹ ਤੁਹਾਡੇ ਬਾਰੇ ਕੀ ਕਹਿੰਦੇ ਨੇ। ਜੀ ਸ਼ਾਕਰ ਭਾਈ। बिस्मिल्लाहिर्रहमानिर्रहीम, इय्याका नअबुदु व इय्याका नस्तईन। माशाल्लाह ਜਿਹੜਾ ਇਹ ਪ੍ਰੋਗਰਾਮ ਦੀਵਾ ਫਾਊਂਡੇਸ਼ਨ ਨੇ ਗੱਪਸ਼ਪ ਕਾਰਨਰ ਸ਼ੁਰੂ ਕੀਤਾ ਹੈ, ਬਹੁਤ ਦਿਲੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ तमाम ਦੋਸਤ ਅਹਿਬਾਬ ਇਸ ਪ੍ਰੋਗਰਾਮ 'ਚ ਇਕੱਠੇ ਹੁੰਦੇ ਨੇ ਔਰ ਬੜਾ ਮਜ਼ਾ ਆਉਂਦਾ ਹਮੇਸ਼ਾ। ਤੇ ਅੱਜ ਸਾਡੇ ਬਹੁਤ ਹੀ ਪਿਆਰੇ ਫਨਕਾਰ ਭਾਈ ਜ਼ਫਰ ਗੋਂਦਲ ਸਾਹਿਬ ਦਾ ਪ੍ਰੋਗਰਾਮ ਹੈ। माशाल्लाह ऑलराउंडर, राइटर, डायरेक्टर, एक्टर और सरगोदा दो ही कमर्शियल एक्टर हैं साहब अरशद कुरैशी और जफर गोंदल साहब। माशाल्लाह सरगोदा दी शान है, पाकिस्तान दी जान है और साडी भी जान है। अल्लाह पाक इन्होंने दिन दुगनी रात चुगनी तरक्की ता फरमाए, आमीन सुभान। बहुत शुक्रिया जी शाकर अली भाई। साडे इस प्रोग्राम दे विच मैडम सरवत राज साहबा मौजूद ने। और जफर गोंदल साहब के बारे इतना तो शायद वो ना जानते हो, लेकिन असी उन्होंने चंद कीमती अल्फाज लेना चाहांगे। जी मैडम सरवत राज साहब। इंसान का पता 2-3
मिलने में पता हो जाता है भाई ये कैसा बंदा है। ये नहीं होता कि पूरी उम्र गुजर जाती है, लेकिन इंसान को परखने में 1 मिनट ही काफ़ी होता है। एक पल ही बहुत बहुत अच्छे हैं, नाइस हैं, दिलों को खुश रखते हैं, और जो दिलों को खुश रखता है अल्लाह उनको खुश रखता है। थैंक यू बहुत बहुत। बहुत जामिया गुफ्तगू चंद अल्फाज में मैडम आपने ज़फ़र गोंदल साहब के बारे में कह दी। अल्लाह करे कि ज़फ़र गोंदल साहब दिन दुगनी रात चुगनी तरक्की करें। आपकी और हमारी सब की दुआएं ज़फ़र गोंदल साहब के साथ हैं। मैडम आपसे ये अर्ज़ करते चले कि ज़फ़र गोंदल साहब बहुत अच्छे स्किल्ड पर्सन, एज ए स्किल्ड पर्सन आर्ट्स काउंसिल में मुलाजम है, इलेक्ट्रिशियन हैं बहुत अच्छे। ये इन्होंने अपना एक्टिंग के साथ साथ अपना ये काम सीखा और वो अपना रोज़गार चलाते रहे, क्योंकि ये ज़्यादातर आउटडोर में काम करते थे। तो हमारे दरीना साथी हैं, तो हमने कोशिश की, तमाम दोस्तों ने, सीनियर हजरात ने, ख़ास तौर पे डीवा फाउंडेशन ने कोशिश की। तो जब यहाँ पे एक वैकेंसी निकली तो उसके लिए हमने ज़फ़र गोंदल साहब की एक एप्लीकेशन मूव करवाई, जिससे अल्हम्दुलिल्लाह आज ये आर्ट्स काउंसिल में मुलाज़म है। तो अब चलते हैं जी हमारे साथ बहुत अच्छे आर्टिस्ट, टीवी फिल्म स्टार मुनीर खान साहब। तो उनसे पहले तो ज़फ़र गोंदल साहब के बारे में पूछते हैं, फिर उनसे कहते हैं कि जी हमें एक गाना डेडिकेट करें। जी मुनीर खान साहब। सबसे पहले तो मैं डीवा फाउंडेशन का, पंजाब आर्ट्स काउंसिल सरगोदा का बहुत मशकूर और शुक्रगुजार हूँ, जिन्होंने हमें ये मौका दिया कि हम फनकार हर जुमे को इकट्ठे बैठें और आपस की दिल का गुबार, दिल की मोहब्बतें, दिल की चाहतें आपस में शेयर करें। जनाब गोंदल साहब को सन तो याद नहीं, लेकिन माशाल्लाह हमने स्टार्ट उन दिनों में किया, शायद ये कुछ थोड़े से सीनियर थे। अकबर राही साहब के प्ले इजाज़त है। विनस हाल में जोड़ तोड़ दे बादशाह, बेगम धोखेबाज, जनाब गोंदल साहब के साथ मुझे बड़ा अच्छा शर्फ हासिल हुआ। बहुत ज़बरदस्त ड्रामा, बहुत अच्छे एक्टर हैं, बहुत अच्छे डायरेक्टर, अब बहुत अच्छे इंसान। अल्लाह पाक इनकी सेहत खैर रखे। ये सरगोदा के लिए मैं समझता हूँ बड़ा एक असासा है, बड़ा सरमाया है, और ये फ़ख्र है, सन ऑफ सरगोदा हैं। ही इज़ वेरी गुड एक्टर, गुड पर्सनैलिटी, वेरी गुड राइटर एंड डायरेक्टर, completely he is very nice man। इनकी नज़र एक रिदम में कुछ पेश करता हूँ, उम्मीद है पसंद करेंगे। गो आवाज़ सुनी इतनी अच्छी, लेकिन अल्लाह पाक ने जो नवाजा है बेबहा है। तेरे बिना यूं घड़ियां बीती जैसे सदियां बीत गई, ओ तेरे बिना यूं घड़ियां बीती जैसे सदियां बीत गई, ओ तेरे बिना यूं घड़ियां बीती। लूट लिया हालात ने हमको, तेरा जहां आबाद रे। लूट लिया हालात ने हमको, तेरा जहां आबाद रहे। काश हमें तो भूल ही जाए, प्यार न तुझको
याद रहे। मजबूरी दीवार बनी है, कोई भी मन का मित नहीं। ओ तेरे बिना यूं घड़ियां बीती। लूट लिया हालात ने हमको, तेरा जहां आबाद रहे। लूट लिया हालात ने हमको, तेरा जहां आबाद रहे। काश हमें तू भूल ही जाए, प्यार न तुझको याद रहे। अपना कह कर ठुकराया है, ये तो उनकी रीत नहीं। ओ तेरे बिना यूं घड़ियां बीती, कैसे सदियां बीत गई। ओ तेरे बिना यूं घड़ियां बीती। क्या बात। माशाल्लाह जी मुनीर खान साहब, तेरे बिना यूं घड़ियां बीती, आपने लाजमन जफर गोंदल साहब को कहा होगा। हाँ जी, इस वक्त साडे नाल डीवा फाउंडेशन के सीनियर वाइस प्रेजिडेंट मलक नसर हयात साहब साडे नाल मौजूद ने। उन्हां कोलों पुछांगे जफर गोंदल साहब दे नाल तुसीं कितना अरसा इन्हां ने काम कीता ते जफर गोंदल साहब नूं कैसा एक्टर तुसीं पाया। जी मलक नसर साहब। बिस्मिल्लाहिर्रहमानिर्रहीम, औज़ु बिल्लाहि मिनश्शैतानिर्रजीम, बिस्मिल्लाहिर्रहमानिर्रहीम, इय्याका नअबुदु व इय्याका नस्तईन। जफर गोंदल साहब दे बारे में यही कहूँगा कि दिल दरिया समंदर भी होंदे न, कई दुख दिल दे अंदर भी होंदे न। वाह वाह। नजर नहीं भी करके मलंगन ना वेख, मलंगा दे अंदर कलंदर भी होंदे। वाह वाह। ਇਹ ਸਾਡੇ ਸਰਗੋਦੇ ਦਾ ਉਹ ਕਲੰਦਰ ਹੈ ਜਿਹੜਾ ਇੱਕ ਵਾਹਿਦ ਪ੍ਰੋਫੈਸ਼ਨਲ ਆਰਟ ਇਹਨੇ ਕਰਕੇ ਆਇਆ ਔਰ ਪੂਰੇ ਪਾਕਿਸਤਾਨ ਵਿੱਚ ਕਰਕੇ ਆਇਆ। बेशक। ਸਾਨੂੰ ਫਖਰ ਹੋਣਾ ਚਾਹੀਦਾ ਇਸ ਬੰਦੇ ਤੇ ਕਿ ਪੂਰੇ ਪਾਕਿਸਤਾਨ ਦੇ ਵਿੱਚ ਸਰਗੋਦੇ ਦਾ ਇੱਕ ਸਾਡਾ ਬਿਹਤਰੀਨ ਅਦਾਕਾਰ ਅਗਰ ਪਾਕਿਸਤਾਨ ਵਿੱਚ ਕੰਮ ਕਰਕੇ ਆਇਆ ਤੇ ਉਹਦੀ ਵੀ ਸਾਡੀ ਇੱਜ਼ਤ ਹੈ। बेशक। ਅੱਛੀ ਪਰਫਾਰਮੈਂਸ ਕੀਤੀ। ਇੱਥੇ ਜਿਹੜੇ ਲੋਕ ਬੈਠੇ ਨੇ ਉਹ ਤੇ ਫਿਰ ਸਾਰੇ ਇਹਨਾਂ ਨੇ ਅਸੀਂ ਇੱਥੇ ਵੇਖਿਆ ਵੀ ਇਹ ਸਾਡੇ ਘਰ ਦਾ ਬੱਚਾ ਹੈ। ਇੱਥੇ ਜਿਹੜੇ ਪਲੇ ਹੁੰਦੇ ਨੇ ਉਹ ਤੇ ਜਿਵੇਂ ਹੁੰਦੇ ਨੇ ਤੁਹਾਡੇ ਸਾਹਮਣੇ ਨੇ, ਲੇਕਿਨ ਐਜ਼ ਇਨਸਾਨ ਬਹੁਤ ਅੱਛਾ। ਮੇਰੇ ਨਾਲ ਕਾਫੀ ਵੀ ਨੇ ਡਰਾਮੇ ਕੀਤੇ ਨੇ, ਥੋੜੇ ਜਿਹੇ ਨਹੀਂ ਬਹੁਤ ਜ਼ਿਆਦਾ, ਲੇਕਿਨ ਅਸਾਂ ਅੱਜ ਤੱਕ ਦੇ ਮੂੰਹ ਤੇ ਇੱਕ ਉਹ ਜਿਵੇਂ ਮਲਾਮਤ ਨਹੀਂ ਹੁੰਦੀ ਜੀ, ਪੇਮੈਂਟ ਨਹੀਂ ਹੋ ਗਈ, ਮਰ ਗਈ, ਉਹ ਹੋ ਗਿਆ, ਫਲਾਂ ਹੋ ਗਿਆ। ਲੇਕਿਨ ਇਹਨਾਂ ਕੋਲ ਮੈਂ ਇਹ ਸਵਾਲ ਜ਼ਰੂਰ ਪੁੱਛਾਂਗਾ ਕਿ ਇਸ ਲੌਂਗ ਟਰਮ ਵਿੱਚ ਤੁਹਾਡੀਆਂ ਪੇਮੈਂਟਾਂ ਕਿੰਨੀਆਂ ਕੁ ਮਰੀਆਂ ਨੇ, ਇਹ ਤੁਸੀਂ ਅੱਜ ਸਾਨੂੰ ਜ਼ਰੂਰ ਦੱਸਣਾ। बल्कि दस दो, कोई नहीं, दसो। पल पल ते जी। हाँ जी गोंदल साहब। मलक नसर साहब आला आदमी ने, क्या बात है, बरीद रूह। और मलक साहब ने कहा जी कि तुहाडियां पेमटां, मलक साहब पेमटां तुसीं आप बेहतर जानदे हो, पल पल ते मरी। ठीक है, ਅਸੀਂ ਪਲ ਤੇ ਮਰ ਜਾਂਦੇ ਆ, ਪਲ ਤੇ ਜੀ। ਇੱਕ ਪਾਸੇ ਪੇਮੈਂਟ ਮਰੀ ਤੇ ਅਗਲੇ ਨੇ ਕਹਿ ਤਾ ਅਗਲਾ ਡਰਾਮਾ ਦੇਖ ਤੂੰ ਫਲਾਣੀ ਜਗ੍ਹਾ ਤੇ ਕਰ ਰਿਹਾ ਤੇ ਉਹ ਪਲ ਚ ਜੀ ਗਏ ਆ। ਲੈ ਵੀ ਅਗਲੀ ਆਸ ਤੇ ਆ। ਠੀਕ ਹੈ ਜੀ। ਤੇ ਇਸੇ ਤਰ੍ਹਾਂ ਹੀ ਫੀਲਡ ਦੇ ਵਿੱਚ ਚੱਲਦਾ ਆ ਰਿਹਾ, ਬੱਚੇ ਪਾਲ ਰਿਹਾ, ਬਸ ਸ਼ੁਕਰ ਹੈ ਅੱਲਾ ਦਾ, ਬੱਚੇ ਪਾਲ ਰਹੇ। ਮਿਹਰਬਾਨੀ ਮਿਹਰਬਾਨੀ। बहुत शुक्र। ਨਹੀਂ ਜੀ, ਮੈਂ ਦੇਖੋ ਜੀ ਆਪਣੇ ਸਾਡੇ ਸਾਰੇ ਫਨਕਾਰ ਹਜ਼ਰਾਤ ਆਰਟਿਸਟ ਲੋਕ ਬੈਠੇ ਨੇ, ਮੈਂ
ਤਕਰੀਬਨ 5 ਤੋਂ 7 ਸਾਲ ਇਹ ਫੀਲਡ 'ਚ ਕੰਮ ਕੀਤਾ ਐਜ਼ ਅ ਪ੍ਰੋਡਿਊਸਰ। ਮੈਂ ਅੱਜ ਵੀ ਔਨ ਦੀ ਰਿਕਾਰਡ ਕਹਿ ਰਿਹਾ, ਕੋਈ ਬੰਦਾ ਪੂਰੇ ਪਾਕਿਸਤਾਨ 'ਚੋਂ ਇਸ ਭਾਈ ਤੁਹਾਡੇ ਤੱਕ ਕਹਿ ਦੇਵੇ ਕਿ ਅਸਾਂ 1 ਰੁਪਈਆ ਵੀ ਦੇਣਾ ਤੇ ਜੋ ਸਜ਼ਾ ਤੁਸੀਂ ਸਿਲੈਕਟ ਕਰੋ ਉਹ ਮੇਰੀ ਹੋਏਗੀ। ਨਹੀਂ ਅਸਾਂ ਇਨਸ਼ਾਅੱਲਾ ਕਿਸੇ ਕੋਲੋਂ ਲੈਣੇ ਹੀ ਹੋਣਗੇ, ਕਿਸੇ ਤੇ ਦੇਣੇ ਨਹੀਂ। ਔਰ ਖਾਸ ਆਰਟਿਸਟ ਯਕੀਨ ਕਰੋ ਜਿਹਦਾ 5 ਬਣਿਆ ਨੂੰ 50 ਦੇ ਕੇ ਭੇਜਿਆ ਔਰ ਰਾਜ਼ੀ ਕਰਕੇ ਭੇਜਿਆ, ਕਿਉਂਕਿ ਯਾਰ ਇਹ ਸਾਡਾ ਇੱਕ ਸਰਮਾਇਆ ਨੇ, ਸਰਮਾਇਆ ਹਯਾਤ ਨੇ। ਅਗਰ ਅਸੀਂ ਇਹਨਾਂ ਨਾਲ ਜ਼ਿਆਦਤੀ ਕਰਾਂਗੇ ਤਾਂ ਮੇਰਾ ਖਿਆਲ ਅਸੀਂ ਇਹਨਾਂ ਨਾਲ ਨਹੀਂ ਆਪਣੇ ਫਨ ਨਾਲ ਜ਼ਿਆਦਤੀ ਕਰਨੀ। ਸਾਨੂੰ ਫਨ ਨਾਲ ਪਿਆਰ ਹੈ ਔਰ ਇਨਸ਼ਾਅੱਲਾ ਸਾਡੇ ਕੋਲ ਜਿੰਨੀ ਕੋਸ਼ਿਸ਼ ਹੋਈ ਅਸੀਂ ਅੱਗੇ ਵੀ ਕੀਤੀ ਤੇ ਹੁਣ ਵੀ ਹਾਜ਼ਰ ਹਾਂ। ਵਸਲਾਮ ਜੀ, ਬਹੁਤ ਮਿਹਰਬਾਨੀ ਮਲਕ ਨਸਰ ਸਾਹਿਬ। ਮਲਕ ਸਾਹਿਬ ਤੁਸੀਂ ਨਾ ਦੁੱਖ ਦੀ ਰਗ ਦੇ ਉੱਤੇ ਹੱਥ ਰੱਖ ਦਿੱਤਾ ਹਾਏ ਹਾਏ ਕਿ ਜ਼ਫਰ ਗੋਂਦਲ ਸਾਹਿਬ ਦੱਸਣ ਕਿ ਕਮਰਸ਼ੀਅਲ ਡਰਾਮੇ 'ਚ ਤੁਹਾਡੀ ਕਿੰਨੀ ਕੁ ਪੇਮੈਂਟ ਮਰੀ ਹੈ। ਤੇ ਅਲਹਮਦੁਲਿਲਾ ਮਲਕ ਨਸਰ ਸਾਹਿਬ ਨੇ ਤੇ ਮੈਂ ਮਿਲ ਕੇ ਸੈਂਕੜੇ ਦੀ ਤਾਦਾਦ 'ਚ ਕੋਈ ਡਰਾਮੇ ਐਜ਼ ਅ ਪ੍ਰੋਡਿਊਸਰ ਮੈਂ ਡਾਇਰੈਕਟਰ ਕੀਤੇ ਨੇ। ਤੇ ਬਾਕੀ ਉਹਨਾਂ ਦੀ ਗੱਲ ਹਰਬ ਠੀਕ ਹੈ ਕਿ ਕੋਈ ਵੀ ਇਸ ਟਾਈਮ ਜਿਤਨੇ ਵੀ ਸਟੇਜ ਦੇ ਉੱਤੇ ਕੰਮ ਕਰ ਰਹੇ ਨੇ, ਵਾजिद खान हो गया, अल्लाह बख्शे, नदीम बराल हो गया, गफूर कोडू अल्लाह बख्शे, सदीक तबस्सम, आमर सोना, इवन कि कैसर पिया, खालिद अब्बास डार साहब, ऐसे लोग साढ़े कोल इत्थे काम करके गए ने साढ़े एज ए प्रोड्यूसर मलक साहब और मेरी डायरैक्शन ਦੇ ਵਿੱਚ। ਲੇਕਿਨ ਅਲਹਮਦੁਲਿਲਾ ਕਿਸੇ ਦਾ 1 ਰੁਪਿਆ ਵੀ ਨਹੀਂ ਰੱਖਿਆ, ਜਾਂਦੇ ਹੋਏ ਉਹਨਾਂ ਨੂੰ ਕਿਰਾਏ ਵੈਸੀ ਉਹਨਾਂ ਨੂੰ ਪੱਲਿਓਂ ਦਿੱਤਾ। ਤੇ ਜ਼ਫਰ ਗੋਂਦਲ ਸਾਹਿਬ ਦੇ ਬਾਰੇ 'ਚ ਕੱਲਾ ਹੋਵੇ ਤੇ ਦੁੱਖਾਂ ਦੇ ਖੋਲੇ ਗੁੰਝਲ, ਹਾਏ ਮਹਿਫਲ ਹੋਵੇ ਤੇ ਬਾਗ ਬਹਾਰ ਬਣਦਾ, ਤੇ ਦਾਨ ਦਈਏ ਜੇ ਲੱਖਾਂ ਜਗਰਾਤਿਆਂ ਦਾ ਤਾਂ ਜਾ ਕੇ ਇੱਕ ਫਨਕਾਰ ਬਣਦਾ। ਇਹ ਵਾਕਈ ਇਹ ਹਕੀਕਤ ਹੈ ਕਿ ਇਹਨਾਂ ਨੇ ਵਾਕਈ ਦਾਨ ਦਿੱਤਾ ਲੱਖਾਂ ਜਗਰਾਤਿਆਂ ਦਾ, ਅਸਲ ਵਿੱਚ ਇਹ ਫਨਕਾਰ ਨੇ। ਤੇ ਮੈਂ ਹੁਣ ਆਪਣੇ ਸਰਗੋਦਾ ਦੇ ਇੱਕ ਫਨਕਾਰ ਨੂੰ ਇੱਥੇ ਬੁਲਾਉਣਾ ਚਾਹਾਂਗਾ। ਬਕਾਇਆ ਤੇ ਮੈਂ ਕਾਫੀ ਸਾਰੇ ਦੋਸਤਾਂ ਨੂੰ ਮੈਂ ਉੱਥੇ ਜਾ ਕੇ ਇੰਟਰਵਿਊ ਕੀਤਾ, ਲੇਕਿਨ ਮੈਂ ਅਰਸ਼ਦ ਸ਼ੇਖ ਸਾਹਿਬ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਉਹ ਇੱਥੇ ਆਣ ਤੇ ਆ ਕੇ ਜ਼ਫਰ ਗੋਂਦਲ ਸਾਹਿਬ ਦੇ ਬਾਰੇ ਚ ਦੱਸਣ। ਜੀ ਅਰਸ਼ਦ ਸ਼ੇਖ ਸਾਹਿਬ। ਮਾਸ਼ਾਅੱਲਾ ਜੀ, शेख साहब आला आदमी ने इधर आए। इन्होंने वास्ते भी मेरे को चंद लफाज ने। जी अस्सलाम वालेकुम। ज़फ़र गोंदल एक ऐसा शख्स, एक ऐसा इंसान है कि आज मेरे मामलात ऐसे सन कि मेरे लिए घरों निकलना बड़ा मुश्किल सी। बल्कि मैं अगर दसा फिर डिटेल चला जाता बंदा कि तुसी खुद ही कहना सी कि यार तेनू नहीं आना चाहिए सी, लेकिन इस बंदे ने मिन्नत तरला इन्ना कीता ते मैनू आना पिया। सब नहीं, ਇਹਦਾ अपना मुंह ही तरले आ रहे ना। ਲਓ ਜੀ, ਇਹਨਾਂ ਦੀ ਸ਼ਾਦੀ ਸੀ ਤੇ ਇਹਨਾਂ ਸ਼ੇਖ ਸਾਹਿਬ ਹਰਾਂ ਦੇ ਰਿਸ਼ਤੇਦਾਰਾਂ ਦੀ ਸ਼ਾਦੀ ਸੀ ਨਾ, ਤੇ ਇਹਨਾਂ ਨੂੰ ਇਹ ਡਰ ਸੀ ਕਿ ਜੇ ਪਿੱਛੇ ਇਹ ਕਿਤੇ ਇਹਨਾਂ ਵਧਾਈ ਮੰਗਣ ਆ ਜਾਣ। अच्छा, ਇਸੇ ਦੁੱਖੋਂ ਇੱਧਰ ਨੂੰ ਆ ਗਏ ਨੇ। अच्छा, ਤੇ ਜ਼ਫਰ ਗੋਂਦਲ ਸਾਹਿਬ ਨਾਲ ਬੜਾ ਇੱਕ ਪੁਰਾਣਾ ਪਿਆਰ ਮੁਹੱਬਤ ਦਾ ਰਿਸ਼ਤਾ ਹੈ। ਜ਼ਫਰ ਗੋਂਦਲ ਸਾਹਿਬ ਨਾਲ ਜਿਹੜੀ ਮੇਰੀ ਪਹਿਲੀ ਮੁਲਾਕਾਤ ਹੋਈ, ਰਾਣਾ ਸਾਹਿਬ ਇੱਕ ਡਰਾਮਾ ਨਗਮਾ ਥੀਏਟਰ ਵਿੱਚ ਉਹਦੇ ਡਾਇਰੈਕਟਰ ਸਨ, ਗੱਲ ਸੁਣ ਢੋਲਾ, ਉਹ ਅਸੀਂ ਕਰ ਰਹੇ ਸਾਂ। ਡਰਾਮਾ ਖਤਮ ਹੋਇਆ ਤੇ ਮੈਂ ਗਿਆ, ਚਾਂਦ ਰਾਤ ਸੀ, ਸਵੇਰੇ ਈਦ ਸੀ, ਤੇ ਜ਼ਫਰ ਗੋਂਦਲ ਸਾਹਿਬ ਗੁੱਜਰ ਮਹੱਲੇ ਦੇ ਕੋਲ ਖੜੇ ਸਨ, ਚਾਦਰ ਜਿਹੀ ਲਈ ਹੋਈ, ਚਾਦਰ ਲਈ ਹੋਈ, ਇੱਕ ਚਾਦਰ ਮੈਲੀ ਸੀ, ਗੁੱਜਰ ਮਹੱਲੇ ਦੇ ਕੋਲ ਖਲੋਤੇ ਸਨ। ਪਹਿਲੇ ਮੈਂ ਕਿਹਾ ਪਤਾ ਨਹੀਂ ਪਾਥੀਆਂ ਲੈਣ ਆਇਆ। ਉਸ ਤੋਂ ਬਾਅਦ ਮੈਂ ਪੁੱਛਿਆ, ਮੈਨੂੰ ਕਹਿੰਦਾ ਜੀ ਟਾਈਮ ਕੀ ਹੋਇਆ? ਮੈਂ ਕਿਹਾ ਟਾਈਮ ਮੈਂ ਕਿਹਾ ਯਾਰ ਕੀ ਮਸਲਾ, ਟਾਈਮ ਦੀ ਗੱਲ ਏ। ਕਹਿੰਦੇ ਜੀ ਟਾਈਮ ਕੀ ਹੋਇਆ? ਮੈਂ ਕਿਹਾ ਯਾਰ ਟਾਈਮ ਵੀ ਤੈਨੂੰ ਦੱਸਣਾ, ਤੇ ਮੈਂ ਕਿਹਾ ਪੇਂਡੂ ਟੈਪ ਹੈ, ਸਟਾਈਲ ਹੀ ਇਹ ਸੀ। ਤੇ ਮੈਂ ਕਿਹਾ ਯਾਰ ਤੂੰ ਮੈਨੂੰ ਇਹ ਦੱਸ, ਚਾਂਦ ਰਾਤ ਸੀ, ਮੈਂ ਕਿਹਾ ਯਾਰ ਕੱਲ ਈਦ ਹੈ। ਕਹਿੰਦਾ ਮੈਨੂੰ ਕੀ ਪਤਾ, ਮੈਂ ਤੇ ਆਪ ਪਰਦੇਸੀ ਹਾਂ। ਉਹ ਮੈਂ ਕਿਹਾ ਯਾਰ ਮੇਰੀ ਗੱਲ ਸੁਣ, ਤੂੰ ਬੜਾ ਕੋਈ ਮੈਨੂੰ ਐਕਟਰ ਟੈਪ ਲੱਗਣਾ। ਤੇ ਕਹਿੰਦਾ ਹਾਂ ਮੈਂ ਕੰਮ ਕੀਤਾ ਹੈ, ਬੜੇ ਡਰਾਮੇ ਕਰਨਾ। ਮੈਂ ਇਹਨਾਂ ਆਪਣਾ ਤਾਰਫ ਕਰਵਾਇਆ ਕਿ ਮੈਂ ਕਾਫੀ ਡਰਾਮੇ ਕੀਤੇ ਨੇ। ਤੇ ਮੈਂ ਕਿਹਾ ਕਿਹੜੇ ਰੋਲ ਕੀਤੇ ਨੇ? ਕਹਿੰਦਾ ਮੈਂ ਜ਼ਿਆਦਾ ਕਾਮੇਡੀ ਕਰਨਾ। ਮੈਂ ਕਿਹਾ ਅੱਛਾ, ਬੜੀ ਗੱਲ ਹੈ ਜੀ, ਬੜੀ ਗੱਲ ਹੈ, ਕਾਮੇਡੀਅਨ ਸਾਡੇ ਸਰਗੋਦੇ 'ਚ ਵੀ ਕੋਈ ਇਜ਼ਾਫਾ ਹੋਇਆ ਕਿ ਆ। ਤੇ ਮੈਂ ਕਿਹਾ ਤੈਨੂੰ ਥੋੜੀ ਜਿਹੀ ਮੂੰਹ ਦੀ ਵੀ ਸਪੋਰਟ ਹੁੰਦੀ ਤਾਂ ਤੂੰ ਹੀਰੋ ਵੀ ਆ ਜਾਣਾ ਸੀ।
ਸ਼ੇਖ ਸਾਹਿਬ ਤੁਹਾਡਾ ਮੂੰਹ ਠੀਕ ਸੀ, ਤੁਹਾਨੂੰ ਕਿਹੜਾ ਵਰਲਡ ਕੱਪ ਮਿਲ ਗਿਆ? ਲੈ ਮੈਨੂੰ FIFA ਕੱਪ ਮਿਲਿਆ। ਮਾਨ ਨਾਲ ਚੰਗਾ ਭਲਾ ਇਕਬਾਲ ਕੁਲੂਲੀ ਰਹਿੰਦਾ ਸੀ। ਹਾਂ ਤੇ ਹੁਣ ਵੀ ਚੰਗਾ ਭਲਾ ਹੀ ਰਹਿਣਾ। ਇਹਦੀਆਂ ਚੁਗਲੀਆਂ ਦੀ ਵਜ੍ਹਾ ਨਾਲ ਮਹੱਲੇ ਵਾਲਿਆਂ ਨੇ ਕੱਢ ਕੇ ਇਹਨੂੰ ਉਹ ਸੁੱਟਿਆ ਜਾ ਕੇ ਉਹ ਚਾਲ ਚੱਕੀਆਂ। ਇਹ ਤੂੰ ਵੀ ਤਾਂ ਹੀ ਇੱਥੇ ਫਿਰ ਰਿਹਾ, ਤੇਰਾ ਆਪਣਾ ਚੁਗਲਖੋਰ ਹਿੰਦੂਆਰ ਮੂੰਹ ਹੈ। ਇਹਨੂੰ ਮੰਨ ਲਓ ਖਾਨਦਾਨ ਮੂੰਹ ਨਹੀਂ ਲਾਉਂਦਾ ਹੈ, ਕਿਤੇ ਉਧਾਰੀ ਨਾ ਮੰਗ ਲੈ। ਇਹਨੂੰ ਦੂਸਰੀ ਦਫਾ ਸਾਲ ਨਹੀਂ ਕੋ ਦਿੰਦਾ, ਇੱਜ਼ਤ ਹੀ ਕੋਈ ਨਹੀਂ। ਉਹ ਤੈਨੂੰ ਕੋਈ ਰਸਤਾ ਨਹੀਂ ਦਿੰਦਾ, ਉਹ ਤੂੰ ਓਵਰ ਕਰਾਵੇਂ ਤੈਨੂੰ ਕੋਈ ਛੱਕਾ ਨਹੀਂ ਦਿੰਦਾ, ਉਹ ਤੈਨੂੰ ਕੋਈ ਸਬਜ਼ੀ ਵਾਲਾ ਸਬਜ਼ੀ ਨਾਲ ਧਨੀਆ ਨਹੀਂ ਦਿੰਦਾ। ਬਸ ਹੁਣ ਤੂੰ ਜੋ ਮਰਜ਼ੀ ਕਹਿੰਦਾ ਰਿਹਾ। ਬਸ ਇੱਕ ਚੀਜ਼ ਹੁੰਦੀ ਹੈ। ਅੱਛਾ ਜ਼ਫਰ ਗੋਂਦਲ ਸਾਹਿਬ ਮਾਸ਼ਾਅੱਲਾ ਜੀ ਬੜੇ ਅੱਛੇ ਆਰਟਿਸਟ ਨੇ ਸਾਡੇ। ਪਹਿਲੇ ਇੱਥੇ ਸਰਗੋਦੇ ਚ ਕੋਈ ਕਾਮੇਡੀਅਨ ਨਹੀਂ ਆਇਆ ਸਨ। ਹਾਂਜੀ ਪਹਿਲੇ ਮੈਂ ਅਮਰੂਦ ਵੇਚਦਾ ਸੀ ਸਭ ਕੁਝ। ਹਾਂ ਹੁਣ ਤੂੰ ਕੇਲੇ ਲਾਏ ਨੇ। ਹਾਂਜੀ ਤੂੰ ਵੀ ਦਰਜਨ ਲੈ ਕੇ ਗਿਆ ਹੈ, ਕਸਮ ਹੋਏ ਨੇ ਕਿ ਨਹੀਂ? ਅੱਛਾ ਜੀ। ਅੱਛਾ ਜ਼ਫਰ ਗੋਂਦਲ ਸਾਹਿਬ ਮਾਸ਼ਾਅੱਲਾ ਜੀ ਸਾਡੇ ਬਹੁਤ ਅੱਛੇ ਆਰਟਿਸਟ ਨੇ। ਮੈਂ ਜ਼ਿਕਰ ਕਰ ਰਿਹਾ ਸੀ ਕਿ ਇੱਥੇ ਕੋਈ ਕਾਮੇਡੀਅਨ ਨਹੀਂ ਹੁੰਦੇ ਸਨ ਪਹਿਲੇ। ਗੋਸ਼ੀ ਖਾਨ ਸਾਹਿਬ ਔਰ ਦੂਸਰੇ ਇੱਕ ਦੋ ਹੋਰ ਆਰਟਿਸਟ ਉੱਥੋਂ ਲਾਹੌਰੋਂ ਹਾਇਰ ਕੀਤੇ ਜਾਂਦੇ ਸਨ ਤੇ ਬੜਾ ਇੱਕ ਫੁਕਦਾਨ ਜਿਹਾ ਹੈ ਸੀ। ਕਦੀ ਉਹਨਾਂ ਮੈਨੂੰ ਵੀ ਟਰਾਈ ਕਰਨਾ ਕਿ ਯਾਰ ਤੂੰ, ਮੈਂ ਕਹਿੰਦਾ ਸੀ ਯਾਰ ਮੇਰਾ ਤੇ ਐਸਾ ਫੇਸ ਨਹੀਂ ਹੈ, ਲੇਕਿਨ ਚਲੋ ਕੋਸ਼ਿਸ਼ ਕਰੀ ਦੀ ਸੀ। ਖੈਰ ਉਸ ਤੋਂ ਬਾਅਦ ਜਦੋਂ ਜ਼ਫਰ ਗੋਂਦਲ ਸਾਹਿਬ, ਅਰਸ਼ਦ ਕੁਰੈਸ਼ੀ ਸਾਹਿਬ ਨਾਲ ਮੁਲਾਕਾਤ ਹੋਈ, ਮੈਂ ਕਿਹਾ ਚਲੋ ਯਾਰ ਸਾਡੇ ਸ਼ਹਿਰ ਵਿੱਚ ਕੋਈ ਕਾਮੇਡੀਅਨ ਤੇ ਆਏ। ਔਰ ਉਦੋਂ ਦਾ ਮਾਸ਼ਾਅੱਲਾ ਸਟੇਜ ਸਜਦੇ ਨੇ ਇਹਨਾਂ ਦੀ ਵਜ੍ਹਾ ਤੋਂ। ਜਿਤਨੇ ਵੀ ਇੱਥੇ ਕਮਰਸ਼ੀਅਲ ਪਲੇ ਹੋਏ ਨੇ ਉਹਨਾਂ 'ਚ ਇਹਨਾਂ ਨੇ ਕੰਮ ਕੀਤਾ ਔਰ ਭਰਪੂਰ ਪਰਫਾਰਮੈਂਸ ਦਿੱਤੀ ਕਿ ਮੈਂ ਕਹਿੰਦਾ ਕਿ ਇਹ ਆਲ ਰਾਊਂਡਰ ਨੇ ਔਰ ਸਾਡੇ ਸਰਗੋਦੇ ਦਾ ਫਖਰ ਨੇ। ਔਰ ਇਹਨਾਂ ਨਾਲ ਮੇਰਾ ਮਜ਼ਾਕ ਛੇੜਛਾੜ ਹਮੇਸ਼ਾ ਚੱਲਦਾ ਰਹਿੰਦਾ ਕਿ ਇਹਨਾਂ ਲਈ ਇਹ ਕਹਾਂਗਾ ਕਿ ਨਾ किसी से कोई गिला, ना किसी से कोई शिकायत, ना किसी से कोई गिला, जफर गोंदल जब भी मिला मुस्कुरा के मिला। और शेख साहब ਤੁਹਾਡੀ ਮੁਹੱਬਤ ਤੇ ਚਾਹਤ ਹੈ, ਠੀਕ ਹੈ ਜੀ। ਔਰ ਜ਼ਫਰ ਗੋਂਦਲ ਕਹਿੰਦੇ ਨੇ ਦੁਨੀਆ ਉੱਤੇ ਰੱਖ ਬੰਦਿਆ ਐਸਾ ਬੈਨ ਖਲੋਣ, ਦੁਨੀਆ ਉੱਤੇ ਰੱਖ ਬੰਦਿਆ ਐਸਾ ਬੈਨ ਖਲੋਣ, ਤੂੰ ਆਵੇਂ ਤੇ ਖਿੜਖਿੜ ਹੱਸਣ, ਤੂੰ ਜਾਵੇਂ ਤੇ ਰੋਣ। ਇਹ ਸ਼ੇਖ ਸਾਹਿਬ ਦੀ ਮੁਹੱਬਤ ਹੈ, ਚਾਹਤ ਹੈ। ਸ਼ੇਖ ਸਾਹਿਬ ਚਲੋ ਬਕੋ ਜੀ ਜਨਾਬ। ਗੱਲ ਹੈ ਵੇ ਕਿ ਇਹਨਾਂ ਲਈ ਇੱਕ ਹੋਰ ਸ਼ੇਰ ਹੈਗਾ, इसे जिस रंग में ढालो ये ढाल सकता है, ये वो सिक्का है जो हर बाजार में चल सकता है। हर बाजार समझ गए राणा साहब। ते बहुत शुक्रिया जनाब डीवा फाउंडेशन, हमेशा हसदे वसदे रहो। आज तुहाडा 51वां प्रोग्राम सी और गोल्डन जुबली दी तुहानू मुबारक। और अल्लाह करे जी तुसी डायमंड जुबली, प्लैटिनम जुबली ਤੇ ਸਿਲਵਰ ਜੁਬਲੀਆਂ ਤੇ ਕਰ ਚੁੱਕੇ ਹੋ ਜਨਾਬ। ਅੱਲਾ ਤੁਹਾਨੂੰ ਜੁਬਲੀਆਂ ਚ ਰੱਖੇ ਤੇ ਮਾਸ਼ਾਅੱਲਾ ਤੁਹਾਡੇ ਕੋਲ ਬੜੇ ਬੜੇ ਅੱਛੇ ਆਰਟਿਸਟ ਨੇ, ਨਾਲ ਸਿੰਗਰ ਨੇ ਆਗਾ ਮਹਿਰੋਜ਼ ਸਾਹਿਬ ਮਾਸ਼ਾਅੱਲਾ ਬੜੇ ਅੱਛੇ ਪਰਫਾਰਮਰ ਨੇ। ਔਰ ਜਿਸ ਵੱਡੇ ਬਾਪ ਦੇ ਬੇਟੇ ਨੇ ਮਾਸ਼ਾਅੱਲਾ, ਇਜਾਜ਼ ਦੀ ਗੱਲ ਹੈ ਕਿ ਉਹ ਸਾਡੇ ਕੋਲ ਬੈਠੇ ਨੇ, ਉਹਨਾਂ ਦੇ ਬੇਟੇ। ਤੇ ਸਭ ਦੋਸਤਾਂ ਨੂੰ ਬਹੁਤ ਬਹੁਤ ਫੇਰ ਇੱਕ ਵਾਰੀ ਪਿਆਰ ਮੁਹੱਬਤ ਵਾਲਾ ਸਲਾਮ। ਕਿਸੇ ਦਾ ਹੁਣ ਮੈਂ ਵਾਰੀ ਨਾਂ ਲੈਣ ਲੱਗਾ ਤੇ ਫਿਰ ਗੱਲ ਲੰਮੀ ਹੋ ਜਾਂਦੀ ਹੈ। ਔਰ ਮੇਰਾ ਖਿਆਲ ਹੈ ਹੁਣ ਮੈਨੂੰ ਜਾਣਾ ਚਾਹੀਦਾ। ਲਓ ਜੀ ਰਾਣਾ ਸਾਹਿਬ ਬਹੁਤ ਸ਼ੁਕਰੀਆ, बहुत मेहरबानी शेख साहब। माइक में ले लिया शेख साहब, मैं छोटा माइक भी ले लिया। ਹਾਂਜੀ शहजाद वासफ वही गल आ गई ना इस जगह ते आके गोंदल साहब कि जिसका काम उसी को साथे, ऐसा ही ठीक है ना जी। और करे तो ठेंगा भाजे। नहीं मिसाल है ना कोई नहीं, हर कि जे अगर कॉन्फिडेंस ਹੁੰਦਾ ਹੈ, ਆਪਣੇ ਕੌਨਫੀਡੈਂਸ ਦੇ ਸਿਰ ਤੇ ਕੰਮ नहीं ਮੇਰਾ ਆਪਣਾ ਰੰਗ ਹੈ, ਦੂਸਰੇ ਦਾ ਆਪਣਾ। मैं ਜਿਹੜੀ ਗੱਲ ਕਰ ਰਿਹਾ ਤੁਸੀਂ ਮੇਰਾ ਮਤਲਬ ਨਹੀਂ ਸਮਝ, ਮੇਰੀ ਗੱਲ ਪੂਰੀ ਨਹੀਂ ਹੋਣ ਦਿੱਤੀ ਕਿ ਜੇ ਅਗਰ ਕੋਈ ਐਕਟਰ ਹੈ ਤਾਂ ਉਹਨੂੰ ਸਿਰਫ ਐਕਟਰ ਰਹਿਣਾ ਚਾਹੀਦਾ, ਜੇ ਅਗਰ ਕੋਈ ਡਾਇਰੈਕਟਰ ਹੈ ਤਾਂ ਉਹਨੂੰ ਸਿਰਫ ਡਾਇਰੈਕਟਰ ਰਹਿਣਾ ਚਾਹੀਦਾ। ਠੀਕ ਹੈ ਜੀ। ਇਹ ਜਿੰਨੀ ਦੇਰ ਤੱਕ ਇਹ ਚੀਜ਼ਾਂ ਬਰਕਰਾਰ ਰਹਿਣਗੀਆਂ, ਕੰਮ ਵੀ ਵਧੇਗਾ ਫੁੱਲੇਗਾ। ਜੇ ਅਗਰ ਐਕਟਰ ਉੱਠ ਕੇ ਡਾਇਰੈਕਸ਼ਨ ਦੇਣ ਲੱਗ ਜਾਏਗਾ ਤੇ ਉਹ ਕੰਮ ਕਿਸੇ ਜੋਗਾ ਨਹੀਂ ਰਹੇਗਾ, ਨਾ ਆਧਾ ਤੀਤਰ ਆਧਾ ਬਟੇਰ ਵਾਲਾ ਕੰਮ ਹੋ ਜਾਏਗਾ। ਠੀਕ ਹੈ ਜੀ। ਗੋਂਦਲ ਸਾਹਿਬ ਇਹਨਾਂ ਲੋਕਾਂ ਦੀਆਂ ਮੁਹੱਬਤਾਂ ਨੇ। ਸਾਡੇ ਨਾਲ ਡੀਵਾ ਫਾਊਂਡੇਸ਼ਨ ਦੇ ਨਾਇਬ ਸਦਰ ਸ਼ਾਹਿਦ ਬੁਖਾਰੀ ਸਾਹਿਬ ਬੈਠੇ ਨੇ,
ਉਹਨਾਂ ਕੋਲੋਂ ਪੁੱਛਾਂਗੇ ਤੁਹਾਡੇ ਬਾਰੇ 'ਚ ਕਿ ਕੀ ਫਰਮਾਉਂਦੇ ਨੇ। ਜੀ ਸ਼ਾਹਿਦ ਬੁਖਾਰੀ ਸਾਹਿਬ। अस्सलाम वालेकुम। ਵਾਲੇਕੁਮ ਸਲਾਮ। ਅੱਜ ਦੀ ਸ਼ਾਮ ਜ਼ਫਰ ਗੋਂਦਲ ਦੇ ਨਾਮ। ਹਾਏ ਜ਼ਫਰ ਗੋਂਦਲ ਮੈਨੂੰ ਜਦੋਂ ਵੀ ਮਿਲਿਆ, ਇਹ ਰੱਬ ਦੀ ਇਨਾਇਤ ਹੈ ਕਿ ਇਹਦੇ ਚਿਹਰੇ ਤੇ ਹਰ ਵਕਤ ਮੁਸਕਰਾਹਟ ਹੀ ਰਹੀ ਹੈ, ਔਰ ਜਿਹਦੇ ਚਿਹਰੇ ਤੇ ਮੁਸਕਰਾਹਟ ਹੋਵੇ ਉਹਦੇ ਤੇ ਰੱਬ ਦੀ ਰਹਿਮਤ ਹੁੰਦੀ ਹੈ। ਜ਼ਫਰ ਗੋਂਦਲ ਦੇ ਹਵਾਲੇ ਨਾਲ ਮੈਂ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਦੇਖ ਹੀ ਲਿਆ ਜੀ। लिख लिया है। कैसा लिखे है कि जफर गोंदल वो फनकार है जिसकी आमद से स्टेज के मंजर में जैसे कोई नरम सी रोशनी उतरती है। अल्फाज उसके हुनर के आगे ठहर जाते हैं और किरदार उसकी लमस से जान पकड़ लेते हैं। वो स्टेज पर चलता नहीं जैसे हवा के साथ बहता है, और मुकालमा कहता नहीं जैसे दिलों में उतार देता है। ना उसके फन में शोर है ना दिखावा, सिर्फ वो खलूस है जो एक सच्चे फनकार के हिस्से में आता है। आज की ये बैठक उसी शख्स के नाम जिसने स्टेज को हुनर की खुशबू से और लम्हों को यादगार बना दिया। जफर गोंदल साहब अपनी जिंदगी का कोई ऐसा यादगार लम्हा मेरे दोस्तों को सुनाना पसंद करोगे जिहदे च तुहानूं सबक भी मिलिया होवे ते तुसीं अगे उहनूं सबक नूं दूसरे तक पहुंचाया भी होवे। जी शाहिद बुखारी साहब, ਪੁੱਛਦੇ ਹਾਂ ਜ਼ਫਰ ਗੋਂਦਲ ਸਾਹਿਬ ਕੋਲੋਂ ਕਿ ਉਹ ਕੀ ਕਹਿੰਦੇ ਨੇ। ਜੀ ਜ਼ਫਰ ਗੋਂਦਲ ਸਾਹਿਬ। लम्हा ऐसा भी जिंदगी में आता है, अच्छा खासा दोस्त भी दुश्मन बन जाता है। एक लम्हा है मनु अज भी याद था, क्यामत याद रहे। ईद का दिन होवे, काम कोई ना होवे, पल्ले पैसा ना होवे, ते टुरदा जा रहे हैं ते कोई दुआ करी जा रहे, या अल्लाह करम करी, बच्ची के कपड़े भी लैने ने, बेगम ने भी सूट लैके देना है, ते रुपये 10 ने जेब च, ते करा ते करा। घर जाना, जाके घर वाली पुछदी हाँ जी कोई एडवांस न्यूज मिले कि नहीं, तो मैं बड़ा उतरे चेहरे के नाल मैं कहा कुछ नहीं, किसी पास कोई एडवांस। तो हुण मैं देखण दे आ सुबह सवैयां पकाउणियां ने, पैसा तो साडे कोल है ही कोई नहीं, की करिए। अच्छा मालका तू ही, मेरी घर वाली ने रोटी पई सी, दोपहर की मैं बाजारों लियांदी सी, वो मेरे अगे राती में बैठ के खान लग पिया। 2 नवाले लाए ने, इंज उत्ते नजर की है तो बाहर दरवाजा ठक ठक ठक। मैं मकान बाहर निकलिया, किराए का मकान सी। राणा खालिद अल्लाह ताला ने जिंदगी देवे, उन्हें मैनू मकान दिता सी रहने वास्ते। सही। तो जो बाहर निकलिया तो नाल दा हमसाया आया, उन्हें आके ना कहंदा भाजी ऐसी ना दीवार दे नाल लैंटर पाया ते 8000 रुपया रखो कोल, सुभान अल्लाह, वेरी सुबह तुहाडी ईद है। मैं कहा चलो, तो कौन सी क्रिस्टन नाल दा हमसाया, वो 8000 रुपया मैनूं दिता, तो मैं वेख के ना तो मैं फिर दिल च आया, मैं कहा यार मालक दे ने पैसे मेरे तो नहीं, ठीक है। मैं ना फोन किया राणा साहब ने, मैं कहा राणा साहब ए पैसे ने ते नाल दे हमसाए ने दिते हैं, मैं कहा जी लैंटर ते हाफ हिस्सा है तो मैं वो दे रहा दीवार का। मैनू राणा साहब कहने ओ यार इस तरह कर, तेरे ही ने रख रख। मैं कहा नहीं राणा साहब, ओ नहीं 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 तेनों मैं कह रहा ना तेरे ने रख।
भाई मैं कहा नहीं होगा राणा साहब, समझा कर रख ले, मौज कर सुबाई दे, ठीक है जी। मैं उससे टाइम बाजी राती रक्षा फड़िया, बेगम नूं नाल फड़िया, बच्ची चुकी, मैं बाजार कपड़े रातों रात तू सूट ले, ठीक है, ते लैके ते घर चला गया। ते ईद दे दिहाड़े, ईद वाले दिन ही मैनूं फोन आउण लिया, चनेओट आ जाओ। उधरों भी रजिया, उधरों भी मिल गया, मालक ने दिया। लेकिन जो तुसी सच्चे दिल नाल अल्लाह ताला दी पाक ज़ात नूं याद करोगे ना, वो तुहानूं लाज़मन तुहाडी हर गल कबूल करेगा। वो वहदहू ला शरीक है, गोंदल साहब उन्हें वादा किया है कि मैं हर इंसान नूं, चाहे वो अच्छा है चाहे वो बुरा है, उन्होंने खुआ के ही सुआ है। बेशक जी, ਇਹ ਅੱਲਾਹ ਤਾਲਾ ਦੀ ਜ਼ਾਤ ਬੜੀ ਬੇਨਿਆਜ਼ ਹੈ। ਗੁੰਦਲ ਸਾਹਿਬ, ਇਹ ਤੁਹਾਡੀ ਗ੍ਰੇਟਨੈਸ ਹੈ, ਇਹ ਤੁਹਾਡਾ ਵੱਡਾਪਨ ਹੈ ਕਿ ਤੁਸੀਂ ਆਪਣੇ ਮੌਸਮ ਦੇ ਅਹਿਸਾਨ ਨੂੰ ਯਾਦ ਰੱਖਿਆ। ਇੱਥੇ ਕੁਝ ਲੋਕ ਐਸੇ ਵੀ ਹੈ ਨੇ ਸਾਡੇ ਸਰਗੋਦਾ ਦੇ ਵਿੱਚ ਕਿ ਜਿਹੜੇ ਆਪਣਾ ਹੱਕ ਸਮਝਦੇ ਨੇ ਕਿ ਸਾਡਾ ਇਹ ਹੱਕ ਹੈ। ਜੇਕਰ ਕਿਸੇ ਨੇ ਉਹਦੇ ਨਾਲ ਕੋਈ ਭਲਾ ਕਰ ਦਿੱਤਾ ਹੈ ਤੇ ਉਹਨੂੰ ਉਲਟਾ ਉਹਦੇ ਤੇ ਇਲਜ਼ਾਮ ਤਰਾਸ਼ੀ ਲਗਾ ਦਿੰਦੇ ਨੇ, ਇਲਜ਼ਾਮ ਲਗਾਉਂਦੇ ਨੇ। ਇਹ ਉਹ ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਹੀਂ ਪਾਇਆ, ਕਿੱਕਰ ਤੇ ਅੰਗੂਰ ਚੜਾਇਆ ਤੇ ਹਰ ਗੁੱਛਾ ਜ਼ਖਮਾਇਆ। ਗੁੰਦਲ ਸਾਹਿਬ, ਤੁਹਾਡਾ ਵੱਡਾਪਨ ਹੈ ਕਿ ਤੁਸੀਂ ਆਪਣੇ ਮੌਸਮ ਨੂੰ ਯਾਦ ਰੱਖਿਆ। बिल्कुल याद करना चाहिए। हाँ जी, बिल्कुल जी। राणा खालिद साहब जी, मलक नसर साहब कुछ कहना चाह रहे ने इस गल दे उत्ते। जी मलक नसर साहब। ਜੀ ਮੈਂ ਤੁਹਾਨੂੰ ਇੱਕ ਦੱਸਦਾ ਵਾਂ ਕਿ ਹਜ਼ਰਤ ਸੁਲੇਮਾਨ ਅਲੈਹਿਸਲਾਮ ਦਾ ਦੌਰ ਸੀ ਨਾ, ਜਦੋਂ ਉਦੋਂ ਉਹ ਇੱਕ ਦਰਿਆ ਦੇ ਕਿਨਾਰੇ ਤੇ ਜਾ ਰਹੇ ਸਨ ਤੇ ਇੱਕ ਕੀੜਾ ਨਿਕਲਿਆ ਬਾਹਰ ਤੇ ਉਹਦੇ ਮੂੰਹ 'ਚ ਨਾ ਇੱਕ ਬਾਜਰੇ ਦਾ ਜਾਂ ਕਿਸੇ ਚੀਜ਼ ਦਾ ਦਾਣਾ ਸੀ। ਉਹ ਨਾਲ ਨਾਲ ਚੱਲੇ ਨੇ, ਥੋੜੀ ਦੂਰ ਗਏ ਤੇ ਡੱਡੂ ਬਾਹਰ ਨਿਕਲੇ ਤੇ ਕੀੜੇ ਨੂੰ ਉਹਨੇ ਮੂੰਹ 'ਚ ਲੈ ਲਿਆ। ਕੀੜੇ ਨੂੰ ਮੂੰਹ 'ਚ ਲੈ ਕੇ ਤੇ ਡੱਡੂ ਅੰਦਰ ਚਲਾ ਗਿਆ। ਕੁਝ ਲਮਹੇ ਬਾਅਦ ਫਿਰ ਡੱਡੂ ਬਾਹਰ ਆ ਗਿਆ। ਉਹਨੇ ਮੂੰਹ ਖੋਲਿਆ, ਕੀੜਾ ਬਾਹਰ ਆ ਗਿਆ। ਕੀੜਾ ਬਾਹਰ ਆ ਕੇ ਚੱਲਣ ਲੱਗ ਗਿਆ ਤੇ ਹਜ਼ਰਤ ਸੁਲੇਮਾਨ ਅਲੈਹਿਸਲਾਮ ਪੁੱਛਣ ਲੱਗਣ ਕੀੜੇ ਕੋਲੋਂ ਕਿ ਕੀ ਮਾਜਰਾ ਹੈ, ਵੀ ਤੂੰ ਉੱਥੋਂ ਕੋਈ ਚੀਜ਼ ਲੈ ਕੇ ਆਇਆ, ਤੈਨੂੰ ਡੱਡੂ ਖਾ ਗਿਆ, ਫਿਰ ਤੂੰ ਅੰਦਰ ਗਿਆ, ਫਿਰ ਬਾਹਰ ਆ ਗਿਆ। ਤੇ ਉਹ ਕੀੜੇ ਨੇ ਆਖਿਆ ਕਿ ਨਹੀਂ ਜੀ ਹਜ਼ਰਤ, ਮੇਰੀ ਤੇ ਅੱਲਾਹ ਪਾਕ ਨੇ ਡਿਊਟੀ ਲਾਈ ਹੈ ਕਿ ਮੈਂ ਹਰ ਰੋਜ਼ ਇੱਥੇ ਆਉਂਦਾ ਵਾਂ, ਇੱਥੋਂ ਇੱਕ ਦਾਣਾ ਚੁੱਕਦਾ ਵਾਂ, ਫਿਰ ਮੈਂ ਡੱਡੂ ਮਨ ਲੈ ਕੇ ਜਾਂਦਾ ਅੰਦਰ। ਅੰਦਰ ਇੱਕ ਪੱਥਰ ਹੈ ਦਰਿਆ ਦੇ ਵਿੱਚ, ਉਹਦੇ ਪੱਥਰ ਦੇ ਵਿੱਚ ਇੱਕ ਕੀੜਾ ਹੈ। ਉਸ ਕੀੜੇ ਆ ਬਾਹਰ ਨਹੀਂ ਨਿਕਲ ਸਕਦਾ, ਉੱਤੋਂ ਦਾਣਾ ਸੁੱਟੀਏ ਤੇ ਅੰਦਰ ਜਾ ਸਕਦਾ। ਅੱਲਾਹ ਪਾਕ ਨੇ ਮੇਰੀ ਡਿਊਟੀ ਲਾਈ ਹੈ ਵੀ ਤੂੰ ਉੱਥੋਂ ਦਾਣਾ ਚੁੱਕਣਾ, ਅੱਗੋਂ ਡੱਡੂ ਦੀ ਡਿਊਟੀ ਲਾਈ ਹੈ ਵੀ ਤੂੰ ਇਹਨੂੰ ਅੰਦਰ ਲੈ ਕੇ ਜਾਣਾ। ਮੈਂ ਦਾਣਾ ਸੁੱਟ ਕੇ ਰੋਜ਼ ਵਾਪਸ ਆ ਜਾਂਦਾ। ਇਹ ਮੇਰੀ ਰੱਬ ਨੇ ਡਿਊਟੀ ਲਾਈ, ਠੀਕ ਹੈ ਜੀ। ਤੇ ਉਹ ਪੁੱਛਦੇ ਨੇ ਕਿ ਯਾਰ ਕਦੀ ਉਸ ਅੰਦਰ ਜਿਹੜਾ ਕੀੜਾ ਹੈ ਉਹਦੀ ਕਦੀ ਤੂੰ ਕੋਈ ਗੱਲਬਾਤ ਨਹੀਂ ਸੁਣੀ, ਜਾਂ ਉਹ ਕੀ ਕਹਿ ਰਿਹਾ? ਤੇ ਉਹ ਕੀੜਾ ਕਹਿੰਦਾ ਹੈ ਕਿ ਇੱਕ ਦਿਨ ਉਹਨੇ ਇਹ ਗੱਲ ਕੀਤੀ ਹੈ ਕਿ ਯਾਰ ਮੈਂ ਪੱਥਰ 'ਚ ਤੇ ਅੱਲਾਹ ਪਾਕ ਦੀਆਂ ਮੇਰੇ ਤੇ ਇੰਨੀਆਂ ਨਿਮਤਾਂ ਤੇ ਮਿਹਰਬਾਨੀਆਂ ਨੇ, ਤੇ ਜਿਹੜੇ ਲੋਕ ਬਾਹਰ ਨੇ ਮੰਗ ਵੀ ਸਕਦੇ ਨੇ, ਸਾਰਾ ਕੁਝ ਕਰ ਸਕਦੇ ਨੇ, ਰੱਬ ਦੀਆਂ ਉਹਨਾਂ ਤੇ ਕਿੰਨੀਆਂ ਮਿਹਰਬਾਨੀਆਂ ਹੋਣਗੀਆਂ। ਇਹ ਮੈਂ ਗੋਂਦਲ ਸਾਹਿਬ ਦੀ ਗੱਲ ਤੋਂ ਗੱਲ ਕਰ ਰਿਹਾ ਕਿ ਉਹ ਵਾਹਦੂ ਲਾ ਸ਼ਰੀਕ ਹੈ। ਅੱਲਾਹ ਪਾਕ ਦੀ ਤੁਸੀਂ ਅਕਸਰ ਗੱਲ ਸੁਣੀ ਨਾ ਜੀ, ਅੱਲਾਹ ਪਾਕ ਉਹਨੂੰ ਵੀ ਰਿਜ਼ਕ ਦਿੰਦਾ ਜਿਹੜਾ ਪੱਥਰ 'ਚ ਕੀੜਾ ਹੈ। ਇਹ ਉਹੀ ਗੱਲ ਹੈ ਕਿ ਅੱਲਾਹ ਪਾਕ ਜਿਹੜਾ ਪੱਥਰ 'ਚ ਕੀੜਾ ਉਹਨੂੰ ਵੀ ਰਿਜ਼ਕ ਦਿੰਦਾ, ਤੇ ਅਸੀਂ ਤੇ ਇਨਸਾਨ, ਅਸੀਂ ਸਾਡੇ ਤੇ ਰੱਬ ਸ਼ਾਹ ਤੱਕ ਨਜ਼ਦੀਕ ਹੈ। ਅੱਲਾਹ ਪਾਕ ਹਰ ਪਾਕ ਦੇ ਨੂੰ ਰਿਜ਼ਕ ਨਾਲ ਨਵਾਜ਼ੇ, ਸਾਡੀ ਤੇ ਹੀ ਦੁਆ ਹੈ। जी मलक नसर साहब, बड़ी खूबसूरत एक रवायत पेश की थी मलक नसर साहब ने। धनकार सोसाइटी के सीनियर वाइस प्रेजिडेंट शाकर अपना शहजाद वासिफ साहब साडे नाल मौजूद ने। उन्होंने कोलों पुछांगे कि जफर गोंदल साहब दे नाल उन्होंने कितना वक्त गुजारिया और उन्होंने दे बारे च उन्होंने की राय। जी शहजाद वासिफ साहब। थैंक यू राना साहब, बहुत शुक्रिया। सबसे पहले तो तमाम ऑडियंस को एक बार फिर वेलकम कहते हैं कि आज ज़फ़र साहब के लिए तशरीफ़ लाए। ज़फ़र साहब
माशाल्लाह हमारे बहुत ही प्यारे भाई हैं। तकरीबन 15 साल हो गए मुझे इनको देखते हुए, इनका काम देखते हुए। मैंने जो कुछ भी देखा, जो कुछ भी इन्होंने किया, स्टेज किया, फिल्म की, टीवी किया, तो बहुत कमाल का किया। इनके लिए एक शेर है, बेहिम्ते जड़े होंदे सदा शिकवा करते मुकद्दरां दा, बेहिम्ते जड़े होंदे सदा शिकवा करते मुकद्दरां दा, ते उगण वाले उग पैंदे सीना चीर के भी पत्थरां दा। ये जफर साहब हमारे बहुत कमाल के, इनकी जो सबसे बड़ी खूबी है वो ये है कि ये हाजिर दिमाग, हाजिर जवाब है। और हमें खुद इनसे सीखने का बड़ा अच्छा मौका मिला। और गपशप कार्नर के हवाले से अगर बात करूंगा तो गपशप कार्नर को शुरू करने में, करवाने में और तरतीब देने में जफर साहब का बहुत सारा हाथ है, जिसकी बदौलत आज हम सब यहाँ इकट्ठे बैठे हैं। और आज का जो हमारा ये प्रोग्राम है बहुत कमाल का था। और जफर साहब की मोहब्बत में जो लोग आए बड़ा अच्छा लगा। बकाया दुआ करता हूँ जफर साहब के लिए कि अल्लाह ताला जफर साहब को दिन दुगनी रात चुगनी तरक्की दे। और गपशप कार्नर के ऑर्गेनाइजर जनाब राना साबर साहब और तारिक अबूजर साहब को और विद जफर गोंदल साहब को अल्लाह ताला और कामयाब करे और लंबी जिंदगी दे। थैंक यू, आमीन। शहजाद वासिफ भाई, आपकी मोहब्बत, आपका प्यार जितना डीवा फाउंडेशन को के इस गपशप कार्नर को चलाने में जफ़र साहब, मेरा और अपना मलक नसर साहब और शाहिद बुखारी साहब, कासिम अली साहब का हाथ है, उतना ही आपका भी हाथ इसमें है। तो हमारे एक दरीना साथी हमीद गिल साहब, जफ़र गोंदल साहब ने उनके साथ भी बड़ा काम किया। तो उनके साहबजादे इमरान गिल साहब हमारे साथ मौजूद हैं। हम उनसे बात करेंगे कि वो जफ़र गोंदल साहब के बारे में क्या कहते हैं। जी इमरान गिल साहब। अस्सलाम वालेकुम। हेलो, अस्सलाम वालेकुम सर। वालेकुम सर, मैं बहुत शुक्रगुजार हूँ दीवा फाउंडेशन का जिन्होंने मुझे मौका दिया बात करने। गोंदल साहब बहुत अच्छे एक्टर तो हैं, बहुत अच्छे इंसान भी हैं। शुक्रिया। सर्टिफिकेट मिल गया। लो जी, पिछले गपशप कार्नर में हमारे साथ हमारे साथ थे उमर बड़ाई साहब। तो जब उनको माइक दिया गया तो उन्होंने कहा था क्या बात है, क्या बात है। तो इमरान गिल साहब ने भी वैसे ही हमें कहा, जी जफर गोंदल साहब बहुत अच्छे इंसान है, इससे आगे पीछे कुछ नहीं है जी। चलो अच्छी बात है जी, बड़ा मुख्तसर इमरान गिल साहब की मोहब्बत कुछ तो बोले आपके लिए। तो जफर गोंदल साहब, डीवा फाउंडेशन हमेशा से अपने फनकार साथियों का रिगार्ड करती है और जितना हिस्सा होता है वो उसको बाकायदा उसको इतना हिस्सा दिया भी जाता है। हाँ जी, हुण 51वां मेरा हिस्सा सी। हाँ जी, 51वां हिस्सा ਤੁਹਾਡਾ जी, हालांकि ਤੁਹਾਡਾ 8वां भी नहीं बनता। हाँ जी, ਸਾਡੇ ਨਾਲ ਸਾਡੇ मोस्ट सीनियर बाबा स्टेज साढ़े मोहतरम बाबा जी, आइंदा तो बाद बाबा जी, बाबा स्टेज, बाबा सरगोदा, बाबा स्टेज, चाय थिएटर दे रूहे रवां सदर चाय थिएटर जनाब बाबा जी कासिम अली साहब तशरीफ रखते ने। बाबा जी अगे गुजारिश है कि उत्थे आन हार्ट सीट ते जफर गोंदल साहब नाल गुफ्तगू करन। जी बाबा जी, इधर बाबा जी को वो कही जाओ, लेकिन मेरे वास्ते यंग बॉय। हेलो यंग मैन, कैसे हो? ओ ठीक, आई एम फाइन। बिस्मिल्लाहिर्रहमानिर्रहीम। मैं आज यकीन कर लें कि गोंदल भाई के बारे में सच कहूँगा। सच ये है कि गोंदल साहब को कभी कभी ना मैं मुख्तलिफ ड्रामों में देखता था। ये जो शाकिर अपना साबर भाई जो प्रोफेशनल ड्रामे थे वो देखना है, लेकिन इतनी कुर्बत नहीं थी मेरी इनकी।
यही था कि ये एक सरगोदा के आर्टिस्ट हैं और ये मुख्तलिफ शहरों में या पूरे पाकिस्तान में ड्रामों में काम करते हैं। ये एक आर्टिस्ट है। मैं कोशिश कर रहा सीरियस हो और सच है। नहीं ਤੁਹਾਡੇ ਸਮਝ ਲਵੋ ਕਿ ਮੇਨ ਜਿਹੜੀ ਕੰਮ ਸੀ ਨਾ ਉਹ ਸ਼ੇਖ ਸਾਹਿਬ ਖਾ ਗਏ ਨੇ ਵਿੱਚੋਂ। कोई ऐसी बात नहीं, कोई खाने पीने में क्या होता है, अच्छी बात है। मेहमान और मैं जो होते हैं ना खाने वाले, वो अल्लाह करे हमेशा खाते रहे और उनको अल्लाह और ਜ਼ਾਹਿਰ ਹੈ ਖਾਓਗੇ ਤੇ ਅੱਗੇ ਹੋਰ ਆਏਗਾ। अच्छा मैं जरा सीरियस था, तुसी तो मेरा ख्याल नहीं, नहीं, खराब नहीं, करना। चलो चलो। ते इत्तेफाक से ये हुआ कि ये हमने ड्रामा किया दीवा फाउंडेशन का, अपना लेख। उनके ड्रामे होने के बाद जब हम रिहर्सलों में थे, मिलते जुलते रहे, बात होती रही। इनको मैं एज ए एक्टर यहाँ पे रिहर्सल करते देखता रहा और इनसे ना थोड़ी सी कुर्बत हो गई। उसके बाद ड्रामे के बाद हम राणा साहब के पास तकरीबन रोज मुलाकात हो जाती है। फिर देखते रहे, परखते रहे। फिर इन्होंने एक सरेआम एक चैनल खोला, उसमें उन्होंने मुझे बुलाया। खुलेआम। उसमें इन्होंने जब भी मुझे बुलाया, मैंने कोशिश किया कि इनके आधे लफ्ज से पहले मैं वहाँ पहुँचता हूँ और कोशिश करता हूँ। उसका मतलब ये है कि जब मैंने इन्हें फन के हवाले से या कैरेक्टर के हवाले से बात हुई मेरी, मैं सब लोग समझते हैं कि यार ये कॉमेडियन है जी, ये आम सी बातें करते हैं, आम सी बातें करके हंस खेल के चले जाते हैं। लेकिन यकीन कीजिए कि जितनी ये डायलॉग के बारे में, जितनी ये एक्टिंग के बारे में, एक्सप्रेशन के बारे में जो मेरी इनसे मुलाकात हुई जब से, इतनी डीपली मैंने कभी भी कोई शख्स से इतनी डीपली बात नहीं की। और ये इतना समझने वाला है और उस दलाइल के साथ आप यकीन कीजिएगा कि पूरे कैरेक्टरों को मुख्तलिफ इन्होंने स्क्रिप्ट लिखे हैं जो आइंदा ये चाह रहे हैं कि वो करूं मैं, है जी। और हम इनके साथ हैं इंशाल्लाह। बड़ा डीपली उनको जानने वाला, हर डायलॉग के बारे में पूरी एक डिस्कस करता है और मैं उसको सलूट करता हूं। और ये हमारे लिए, हमारे सारे फनकारों में से ये मैं इनका शुक्रगुजार हूं कि ये एक तो सरगोदा के है और दूसरी बात ये है कि सबसे बड़ी बात ये है कि एक कॉमेडी आदमी, एक इनको मैंने देखा था। और आप यकीन करें आशा वकल्ला कि तारिक जावेद साहब थे लाहौर में, शहजाद रफ़ी के साथ हमने बैठना, वो इतनी डीपली गुफ्तगू, फन, एक्टिंग, डायलॉग, एक्सप्रेशन, मूवमेंट, सब के बारे में इतना कमाल जानने वाला। और उसके बाद अगर मैंने कोई कॉमेडियन हो के इतनी डीपली गुफ्तगू, वो जफर गोंदल है। जफर गोंदल के साथ मिलजुल के बड़ी खुशी हुई। हंसते भी हैं, जरा थोड़े से इमोशनल है, पता नहीं चलता किस वेले कम उल्टा हो जाए, लेकिन हमने वो बर्दाश्त करना पड़ता है और इंशाल्लाह हम करेंगे। जी जी, सच्चियां ना करया करो। जी 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 मोहतरम, बहुत तुहानू मुबारक होवे। गपशप दे जितने लोगों ने तुहाडे बारे किया, यकीनन सच्चियां गल्लां कीतियां। अल्लाह तुहानू होर तरक्की देवे। और मैं गोंदल ना जी, गोंदल जेड़े ना मेरे बड़े दोस्त हैं, बहुत ज्यादा जेड़े ना वो वकील हैं। ते मैं कदी सोचदा नहीं सा कि गोंदल होवे ते एडा बरीक होवे। ये पहला गोंदल जे जेड़ा बकायदा बरीक आदमी। बहुत शुक्रिया और मुबारकबाद है मैं दीवा फाउंडेशन नू देना चाहना। मैं राणा साबर भाई नू और शाकर भाई, जितने भी अपना शेख साहब है, मेरा बुखारी है, नसर साहब, और जिन्हों के नाम ना लै सका मैं माफ़ी चाहवागा। सब दोस्त इतने तशरीफ ले आए ने। अपना मेरा नवा डायरैक्टर जे
जी जी कासिम भाई बहुत शुक्रिया यार। अली सर तेरा सब तो ज्यादा शुक्रिया कि तू खड़े होके पूरा ड्रामे पूरे प्रोग्राम हमेशा ड्रामा हर वक्त ये नहीं चलता। और इंशाल्लाह असी बहुत जल्दी अधूरी औरत के नाम पे हम मौस एक ड्रामा करने वाले हैं, दुआ कीजिएगा। और इंशाल्लाह सब मिलजुल के फनकार भाई हम इकट्ठा करेंगे। बहुत शुक्रिया बेटा, बहुत मेहरबानी, अल्लाह हाफिज। थैंक यू थैंक यू। बहुत शुक्रिया कासम भाई। बाबा जी ਤੁਹਾਡਾ ਬੜਾ ਸ਼ੁਕਰੀਆ। ਤੇ ਨਹੀਂ ਹੁਣ ਅੱਗੋਂ ਕੋਈ ਗੱਲ ਨਹੀਂ ਕਰਨੀ, ਗੁੱਸਾ ਵੀ ਨਹੀਂ ਕਰਨਾ। ਗੁੰਦਲ ਸਾਹਿਬ ਹਾਂਜੀ ਕਾਫੀ ਸਾਰੀਆਂ ਸੱਚੀਆਂ ਗੱਲਾਂ ਲੋਕਾਂ ਨੇ ਕੀਤੀਆਂ ਨੇ। ਹਾਂਜੀ ਮੈਨੂੰ ਤੁਸੀਂ ਇਹ ਦੱਸੋ ਸੱਚੀ ਸੱਚੀ, ਮਾਸ਼ਾਅੱਲਾ ਤੁਹਾਡੀ ਸ਼ਾਦੀ ਵੀ ਸਰਗੋਦਾ ਚ ਹੋਈ। ਬੇਸਿਕਲੀ ਸ਼ਾਇਦ ਕਾਸਮ ਭਾਈ ਤੁਹਾਨੂੰ ਨਹੀਂ ਪਤਾ ਕਿ ਬੇਸਿਕਲੀ ਇਹਨਾਂ ਦੀ ਟੋਟਲ ਫੈਮਿਲੀ ਜਿਹੜੀ ਹੈ ਉਹ ਲਾਹੌਰ ਸੈਟਲ, ਠੀਕ ਹੈ। ਤੇ ਇਹ ਵਾਹਿਦ ਹੀ ਬੰਦਾ ਹੈ ਸੀ ਇੱਥੇ ਜਿਹੜਾ ਆਇਆ ਸੀ, ਤੇ ਫਿਰ ਬਾਅਦ ਚੋਂ ਇਹਨਾਂ ਦੇ ਭਾਈ ਵੀ ਇੱਥੇ ਇੱਕ ਦੋ ਆ ਗਏ ਤੇ ਸਰਗੋਦਾ ਆ ਕੇ ਸ਼ਿਫਟ ਹੋ ਗਏ। ਤੇ ਸ਼ਾਦੀ ਵੀ ਤੁਹਾਡੀ ਇੱਥੇ ਹੋਈ। ਤੇ ਮਾਸ਼ਾਅੱਲਾ ਬੱਚੇ ਤੁਹਾਡੇ ਕਿੰਨੇ ਨੇ ਤੇ ਕੀ ਕਰ ਰਹੇ ਨੇ? ਮੈਨੂੰ ਤਾਂ ਪਤਾ ਹੈ, ਮੈਂ ਆਪਣੇ ਸੁਣਨ ਵਾਲਿਆਂ ਨੂੰ। मेरे 4 बच्चे हैं, 2 बेटियां 2 बेटे। बेटियां बड़ी हैं, बेटे छोटे हैं और पढ़ रहे हैं। और एक बेटा जो है वो इस वक्त जॉब काम कर रहा है। पंजाबी कर लो सानू तो दसो तो सही ना। हाँ। मैं मेरी मैमरी उर्दू च चली गई और मैं की कर सकता। लो जी मेरा एक पुत्र जेड़ा काम कर रहा है ते दूसरा छोटा है वो पढ़ रहा है, ठीक है जी। ਤੇ ਮੈਂ ਵੀ ਪੜ੍ਹਦਾ ਰਹਿਣਾ ਵਾ ਬੇਗਮ ਕੋਲ ਬਹਿ ਕੇ, ਲੇਕਿਨ ਕਿਸੇ ਟਾਈਮ ਝਾੜਾਂ ਵੀ ਪਾ ਦਿੰਦੀ। ਮਾਸ਼ਾਅੱਲਾ ਜੀ ਬੜੀ ਖੁਸ਼ੀ ਹੁੰਦੀ ਹੈ ਜ਼ਫਰ ਗੁੰਡਲ ਸਾਹਿਬ ਨੂੰ ਦੇਖ ਕੇ। ਔਰ ਇਹਨਾਂ ਤੋਂ ਸਬਕ ਵੀ ਸਿੱਖਣਾ ਚਾਹੀਦਾ ਕਿ ਮਾਸ਼ਾਅੱਲਾ ਆਲਾ ਤਾਲੀਮ ਬੇਟੀਆਂ ਨੂੰ ਦਵਾ ਰਹੇ ਨੇ, ਯੂਨੀਵਰਸਿਟੀ ਵਿੱਚ ਪੜ੍ਹ ਰਹੀਆਂ ਨੇ ਬੇਟੀਆਂ, ਇਸ 'ਚ ਕੋਈ ਸ਼ੱਕ ਨਹੀਂ। ਸਾਨੂੰ ਫਖਰ ਹੁੰਦਾ ਹੈ ਆਪਣੇ ਇਸ ਭਰਾ ਦੇ ਉੱਤੇ ਕਿ ਕਮ ਅਜ਼ ਕਮ ਇਸ ਫੀਲਡ ਦੇ ਵਿੱਚ ਰਹਿ ਕੇ ਇਹ ਆਪਣੀ ਫੈਮਿਲੀ ਦੇ ਬਾਰੇ ਜਿਤਨਾ ਅੱਛਾ ਸੋਚਦੇ ਨੇ। ਮਜ਼ਦੂਰੀ ਵੀ ਕਰਦੇ ਰਹੇ ਨੇ, ਲੇਕਿਨ ਅੱਲਾਹ ਤਾਲਾ ਨੇ ਇਹਨਾਂ ਦਾ ਵਸੀਲਾ ਬਣਾਇਆ। ਆਰਟਸ ਕੌਂਸਲ ਦੇ ਵਿੱਚ ਹੁਣ ਮੁਲਾਜ਼ਮ ਹੋ ਗਏ ਨੇ, ਗਾਹੇ ਬਗਾਹੇ ਸਾਡੇ ਨਾਲ ਡਰਾਮਾ ਵੀ ਪਰਫਾਰਮ ਕਰਦੇ ਨੇ। ਤੇ ਬੜੀ ਖੁਸ਼ੀ ਹੈ ਕਿ ਆਪਣੇ ਬੱਚਿਆਂ ਨੂੰ ਅੱਛੀ ਤਾਲੀਮ ਦਿਲਵਾ ਰਹੇ ਨੇ। ਤੇ ਗੁੰਦਲ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸਾਡੇ ਇਸ ਗੱਪਸ਼ਪ ਕਾਰਨਰ ਦੇ ਤੁਸੀਂ ਮਹਿਮਾਨੇ ਖਾਸ ਬਣੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਦੀਵਾ ਫਾਊਂਡੇਸ਼ਨ अपने साहिब तकरीब ਨੂੰ एक शील्ड पेश करती है। तो मैं गुजारिश करांगा मलक नसर साहब और तमाम दोस्तों ਨੂੰ कि वो कासम भाई शाहिद बुखारी साहब जफर गोंदल साहब ਨੂੰ एजाजी शील्ड पेश की जाए। जी कासम भाई प्लीज। आप भी आए मैडम, आप भी। मैं शाकिर भाई, अरशद भाई आओ, आ जाओ भाई, आ जाओ। मलिक साहब इधर आओ। आओ जी आओ इधर। शाकिर भाई अगे आओ। नहीं भाई अगे आओ। एक ही गाल साइम भाई आओ ना। वाह जी वाह, आगा भी आगा जी कमाल। इस परचम के साए तले हम एक हैं। खुशियाँ साझी अपनी खुशियाँ और हम एक हैं, हम एक हैं। इस परचम के साए तले हम एक हैं, हम एक हैं। जी अपनी खुशियाँ साझी अपनी खुशियाँ और गम एक है, हम एक है। इस पर चमके साए तले हम एक है, हम एक है। साझी अपनी खुशियाँ साझी अपनी खुशियाँ और हम एक है, हम एक है। इस पर चमके साए तले हम एक है, हम एक है।
ओ सांझी अपनी खुशियां और गम एक है, हम एक है। इस परचम के साए तले हम एक हैं, हम एक हैं। सांझी अपनी खुशियां, ओ सांझी अपनी खुशियां और गम एक हैं, हम एक हैं। इस परचम के साए तले हम एक हैं, हम एक हैं। सांझी अपनी खुशियां, सांझी अपनी खुशियां और गम एक हैं, हम एक हैं। इस परचम के साए तले हम एक हैं, हम एक हैं। सांझी अपनी खुशियां, सांझी अपनी खुशियां और गम एक हैं, हम एक हैं। इस परचम के साए तले हम एक हैं, हम एक हैं। खुशियां और गम एक हैं, हम एक हैं। इस परचम के साए तले हम एक हैं, हम एक हैं। पाकिस्तान जिंदाबाद। सांझी अपनी हम एक हैं, हम एक हैं। एक मिनट जी, एक मिनट जी। जफर गोंदल साहब, जफर गोंदल साहब, ਇਹ ਦੱਸੋ ਕਿ ਤੁਹਾਨੂੰ ਡੀਵਾ ਫਾਊਂਡੇਸ਼ਨ ਦਾ ਇੱਕ ਗਪਸ਼ਪ ਕਾਰਨਰ ਕਿਹਦਾ ਲੱਗਿਆ ਔਰ ਇਸ ਪ੍ਰੋਗਰਾਮ ਦੇ ਬਾਰੇ ਚ ਔਰ ਡੀਵਾ ਫਾਊਂਡੇਸ਼ਨ ਦੇ ਬਾਰੇ ਚ ਤੁਸੀਂ ਤੁਹਾਡੀ ਕੀ ਰਾਏ? ਸਭ ਤੋਂ ਪਹਿਲੇ ਇਹ ਗਪਸ਼ਪ ਕਾਰਨਰ ਜਦੋਂ ਸਟਾਰਟ ਲਿਆ ਸੀ ਉਦੋਂ ਹੀ ਮੈਨੂੰ ਬੜੀ ਖੁਸ਼ੀ ਹੋਈ ਸੀ, ਜਦੋਂ ਮੇਰੇ ਫਨਕਾਰ ਭਰਾ ਸਾਰੇ ਇਕੱਠੇ ਹੋ ਗਏ ਸਨ। ਲੇਕਿਨ ਮੈਨੂੰ ਹੁਣ ਆ ਕੇ ਥੋੜਾ ਜਿਹਾ ਦੁੱਖ ਹੁੰਦਾ ਹੈ ਕਿ ਉਹ ਭਰਾਵਾਂ ਨੂੰ ਕਾਹਦੀ ਰੰਜਿਸ਼, ਕਾਹਦਾ ਗੁੱਸਾ ਹੈ ਜਿਹੜਾ ਨਹੀਂ ਆਉਂਦੇ। ਇੱਥੇ ਚਾਹੀਦਾ ਇਹਨਾਂ ਨੂੰ ਕਿ ਮਿਲ ਕੇ ਸਾਰੇ, ਇੱਥੇ ਜ਼ਰੂਰੀ ਨਹੀਂ ਹੈਗਾ ਕਿ ਕਿਸੇ ਨੇ ਗੱਲ ਕਰਦੀ ਉਹਨੇ ਮੈਨੂੰ ਕਿਉਂ ਕਿਹਾ, ਨਹੀਂ, ਇਹ ਗਪਸ਼ਪ ਕਾਰਨਰ ਤੁਹਾਡੇ ਸਾਰੇ ਫਨਕਾਰਾਂ ਦਾ ਹੈ, ਠੀਕ ਹੈ ਜੀ। ਮੈਂ तमाम ਟੀਮ ਨੂੰ, ਇਹਨਾਂ ਦੇ तमाम ਟੀਮ ਦਾ ਮੈਂ ਸ਼ੁਕਰਗੁਜ਼ਾਰ ਹਾਂ ਔਰ तमाम ਫਨਕਾਰਾਂ ਦਾ ਸ਼ੁਕਰਗੁਜ਼ਾਰ ਹਾਂ और दीवा फाउंडेशन का शुक्रगुजार हाँ। राणा साबर साहब का मैं शुक्रगुजार हाँ। तारक अबूजर साहब का मैं तहे दिल से शुक्रगुजार हाँ कि उन्होंने इस प्रोग्राम में पूरी सपोर्ट दी। दीवा फाउंडेशन लैके टुरे इन्हों दी चाहतां, इन्हों दी मुहब्बतां अज तुहाडे सामने ने असी इस टाइम कट्ठे खलोते और मलक नसर साहब का भी मैं शुक्रगुजार हाँ, कासिम अली साहब का भी मैं शुक्रगुजार हाँ, अरशद शेख साहब का भी मैं शुक्रगुजार हाँ, बल्कि सब लोगों का मैं शुक्रगुजार हाँ जिहड़े इस टाइम मौजूद ने। शाकर अली चिश्ती साहब का भी मैं शुक्रगुजार हाँ, हालांकि नहीं होंगे लेकिन मेरी चाहत नहीं नहीं, मैं ਤੁਹਾਨੂੰ ਗੋਂਦਲ ਸਾਹਿਬ ਤੁਹਾਨੂੰ ਤੁਸੀਂ ਵੇਖਿਆ ਨਾ ਕਿ ਐਮਬੀ ਸਾਈਮ ਸਾਹਿਬ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੇ ਨੇ, ਇਹ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ। ਅੱਛਾ, ਸਵੇਰ ਸਵੇਰ ਵੀ ਮੈਨੂੰ ਮਿਲਦੇ ਨੇ। ਅੱਛਾ, ਸਲੂਟ ਵੱਜਦਾ ਸਾਡਾ ਦੋਨਾਂ ਦਾ। अल्लाह खैर, ठीक है जी। अच्छा, तमाम दोस्तों के गुजारिश है कि साढ़े वास्ते दुआ करना। कासिम अली भाई और असी लोग मिल के तमाम दोस्तों को दावत है, सोसाइटीज़ को दावत है कि साडे नाल मिल के साड़ियाँ बावां बनो। असी एक ड्रामा परफॉर्म करना चाह रहे हैं, आधी औरत, क्लासिकल ड्रामा, और तमाम सोसाइटियां को साड़ी दावत है कि वो साडे नाल मिल के इस ड्रामे को पाए तकमील तक पहुँचाओ। एक बहुत अच्छा खेल है, अजहर मलिक साहब का लिखा होया, तो असी अर्जुई करांगे तमाम दोस्तों अगे कि अपने अपने फन का मुजाहरा करन। जिहड़े सानू शाकर भाई तुहाडी सोसाइटी के कुछ लोग सानू जेकर दस्तियाब हो जान ते अल्लाह खैर करे। बड़ी हमेशा नाल और हर हैरत वाली गल जे तुहानू दसदे हां कि ओहदा मरकजी करैक्टर
ਸ਼ਾਹਿਦ ਬੁਖਾਰੀ ਕਰ ਰਿਹਾ। ਵਾਹ ਜੀ ਵਾਹ, ਹਾਂਜੀ। ਸ਼ਾਹਿਦ ਬੁਖਾਰੀ ਸਾਹਿਬ, ਕੀ ਬਾਤ ਹੈ। ਤੇ ਨਾਲ ਮੈਂ ਕੀ ਕਰ ਰਿਹਾ ਹਾਂ? ਤੁਸੀਂ ਐਵੇਂ ਨਾਲ ਨਾਲ ਨਾਲ-